श्री वाहिगुरु जी। गुरु नानक पद पंकज बंदन, पद पंकज बंदन। सिमरौ अंगद दुख निकंदन। अमरदास गुर हृदय त्यावो, जी हृदय त्यावो। श्री गुरु रामदास गुण गावो। गुर अर्जन बिघ्नन के नासक, बिघ्नन के नासक। हर गोविंद शुभ सुमत प्रकाशक। श्री हर राय नमो कर जोरी, नमो कर जोरी। श्री हर कृष्ण मनाए बहोरी। तेग बहादुर परम कृपाला जी, परम कृपाला। श्री गुरु गोविंद सिंह बेसाला। परोतरा पर पुन पुन सीसा जी, पुन पुन सीस। बंदों बार बार जगदीश। हे कंकारा सतगुरु एह प्रसाद सच होए। वाहिगुरु जी की फतेह है, बिघ्न बिनाशन सोए। वाहिगुरु जी की फतेह है, बिघ्न बिनाशन सोए। सतनाम श्री वाहिगुरु साहिब जीओ। इस्त्री परख कलीवन होई, सत चेतन आनंद में जोई। निज स्वरूप जिन दीन बिसारी, दुखद सदा तन हंता धारी। वाहिगुरु जी का खालसा, वाहिगुरु जी की फतेह। राजान राज, पानान पान, देवान देव उपमा महान। जुग हो जुग अटल, चबर छतर तख्त के मालिक सतगुरु। धन श्री गुरु ग्रंथ साहिब सच्चे पातशाह महाराज जी की पावन हजूरी अंदर जुड़ बैठे गुरु स्वरूप गुरु खालसा साध संगत जी। सतगुरु साहिब जी की पावन हजूरी अंदर जुड़ के धन गुरु हरगोबिंद साहिब सच्चे पातशाह महाराज जी के पावन जीवन का लड़ीवार इतिहास सरवण करन वास्ते आप जी जुड़ बैठे हो। कल दे प्रकरणा विच आप जी ने सरवण कीता सी। एक सिख ने आके महाराज सच्चे पातशाह दे चरना च अरदास कीती, महाराज जी इत्थे जंगल विच नेड़े एक शेर रहिंदा है जो साडे पशुआं ते हमला करके उन्हां नूं मार दिंदा है, तो किरपा करो आप साडी रखिया करो। महाराज गुरु हरगोबिंद साहिब जी ने उस वक्त तैयारी की, 100 को सवार नाल लए। वो सिख नूं नाल लै लिया। जगह दस पाई जिथे तू शेर वेखिया है। बड़ा घना जंगल सी करतारपुर साहिब दे नाल। उथे जंगल विच वो शेर सिख ने वेखिया सी।
ਪਰ ਜਦੋਂ ਉੱਥੇ ਜਾ ਕੇ ਵੇਖਿਆ ਉੱਥੇ ਉਹ ਮੌਜੂਦ ਨਹੀਂ ਸੀ। ਮਹਾਰਾਜ ਕਹਿਣ ਲੱਗੇ ਸੂਰਮਿਆਂ ਨੂੰ ਵੀ ਇੱਥੇ ਹੀ ਕਿਤੇ ਹੋਣਾ ਹੈ। ਮਾਸ ਖਾ ਕੇ ਪਸ਼ੂਆਂ ਦਾ ਤ੍ਰਿਪਤ ਹੋ ਕੇ ਕਿਤੇ ਸੁੱਤਾ ਹੋਵੇਗਾ। ਬੰਦੂਕਾਂ ਦੀ ਕੜਕਾਰ ਉਠਾਓ, ਜਾ ਕੇ ਲੱਭੋ ਵੀ ਕਿੱਥੇ ਹੈ। ਆਪ ਮਹਾਰਾਜ ਸ਼ਿਕਾਰ ਖੇਡਣ ਲੱਗ ਪਏ। ਲੱਭਦਿਆਂ ਲੱਭਦਿਆਂ ਹੇਠਲੇ ਪਾਸੇ ਝਾੜਾਂ ਦੇ ਵਿੱਚ ਉਹ ਸ਼ੇਰ ਬੈਠਾ ਹੋਇਆ ਸੀ। ਜਦੋਂ ਬੰਦੂਕ ਦੀ ਆਵਾਜ਼ ਸੁਣਾਈ ਦਿੱਤੀ, ਉੱਚੀ ਆਵਾਜ਼ ਵਿੱਚ ਉਹਨੇ ਵੀ ਗਰਜ ਪਾਈ। ਸਿੱਖ ਸੂਰਮਿਆਂ ਨੇ ਆ ਕੇ ਅਰਦਾਸ ਕੀਤੀ, ਮਹਾਰਾਜ ਉਹ ਲੱਭ ਪਿਆ। ਸਤਿਗੁਰੂ ਆਪਣਾ ਘੋੜਾ ਲੈ ਕੇ ਨੇੜੇ ਗਏ ਤੇ ਅੱਗੇ ਜਗ੍ਹਾ ਨਹੀਂ ਸੀ ਘੋੜੇ ਜਾਣ ਦੀ, ਕਿਉਂਕਿ ਹੇਠਾਂ ਝਾੜਾਂ ਵਿੱਚ ਲੋਕੇ ਬੈਠਾ ਸੀ। ਮਹਾਰਾਜ ਘੋੜੇ ਤੋਂ ਹੇਠਾਂ ਉਤਰੇ, ਆਪਣੀ ਢਾਲ ਕਿਰਪਾਨ ਲੈ ਕੇ ਅੱਗੇ ਵਧੇ। ਗੀਦੀਆ ਹੁਣ ਨਿਕਲ ਬਾਹਰ। ਮਹਾਰਾਜ ਦਾ ਲਲਕਾਰਾ ਸੁਣ ਕੇ, ਆਵਾਜ਼ ਸੁਣ ਕੇ ਉਹ ਸ਼ੇਰ ਝਾੜ ਵਿੱਚੋਂ ਬਾਹਰ ਆਇਆ। ਹਮਲਾ ਕੀਤਾ ਉਹਨੇ, ਆਪਣੇ ਮੂਹਰਲੇ ਪੰਜੇ ਚੁੱਕ ਲਏ ਤੇ ਗੁਰੂ ਸਾਹਿਬ ਨੇ ਢਾਲ ਮੂਹਰੇ ਕਰ ਲਈ। ਉਹਦਾ ਮੂੰਹ ਤੇ ਪੰਜੇ ਜਿਹੜੇ ਸਨ ਉਹ ਢਾਲ ਦੇ ਉੱਪਰ ਲੈ ਲਏ ਤੇ ਤੇਗ ਕੱਢ ਕੇ ਮਹਾਰਾਜ ਨੇ ਉਹਦੇ ਪੇਟ ਦੇ ਵਿੱਚ ਮਾਰੀ। ਹੇਠੋਂ ਦੀ ਪੇਟ ਦੇ ਵਿੱਚ ਤੇਗ ਮਾਰ ਕੇ ਇਦਾਂ ਦੋ ਹਿੱਸੇ ਕਰਕੇ ਸੁੱਟ ਦਿੱਤਾ ਗੁਰੂ ਸਾਹਿਬ ਨੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਸ਼ੇਰ ਦਾ ਸ਼ਿਕਾਰ ਕੀਤਾ। ਇਸ ਤੋਂ ਬਾਅਦ ਵਾਪਸ ਆ ਗਏ। ਮਾਤਾ ਕੌਲਾਂ ਜੀ, ਜਿਨ੍ਹਾਂ ਨੂੰ ਹੁਕਮ ਹੋਇਆ ਸੀ ਮਹਾਰਾਜ ਦਾ ਵੀ ਕੱਲ ਤੁਹਾਡਾ ਇਹ ਪੰਜ ਭੂਤਕ ਸਰੀਰ ਛੁੱਟ ਜਾਏਗਾ, ਜਦੋਂ ਦਿਨ ਦੀਆਂ 4 ਘੜੀਆਂ ਰਹਿਣਗੀਆਂ। ਤੇ ਗੁਰੂ ਸਾਹਿਬ ਜੀ ਇੱਕ ਪੈਰ ਦਿਨ ਰਹਿੰਦਿਆਂ ਮਾਤਾ ਕੌਲਾਂ ਜੀ ਦੇ ਪਾਸ ਚੱਲ ਕੇ ਆ ਗਏ। ਤੇ ਮਾਤਾ ਜੀ ਐਸੇ ਸਰੂਪ ਦੇ ਵਿੱਚ ਵਲੀਨ ਸਨ ਵੀ ਉਹਨਾਂ ਨੂੰ ਸੋਝੀ ਕੋਈ ਨਹੀਂ ਸੀ। ਅਡੋਲ ਸਮਾਧੀ ਲੱਗੀ ਹੋਈ ਸੀ। ਸਤਿਗੁਰੂ ਕੋਲ ਖਲੋਤੇ ਵੀ ਰਹੇ ਤੇ ਤਾਂ ਵੀ ਨਾ ਪਤਾ ਲੱਗਿਆ। ਦਾਸੀ ਨੇ ਫੜ ਕੇ ਹਿਲਾਇਆ ਵੀ ਗੁਰੂ ਸਾਹਿਬ ਜੀ ਆਏ ਨੇ। ਫਿਰ ਕਿਤੇ ਮਾਤਾ ਕੌਲਾਂ ਦੇ ਨੇਤਰ ਖੁੱਲੇ, ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਸਤਿਗੁਰੂ ਕੋਲ ਬਹਿ ਕੇ ਉਪਦੇਸ਼ ਦੀ ਦਾਤ ਦੇਣ ਲੱਗੇ ਨੇ। ਆਓ ਪ੍ਰੇਮ ਨਾਲ ਗੁਰੂ ਸਾਹਿਬ ਦਾ ਪਾਵਨ ਉਪਦੇਸ਼ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਮੂਹ ਗੁਰਸਿੱਖ ਸੰਗਤਾਂ ਪ੍ਰੇਮ ਨਾਲ ਜਪਣਾ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਇਸਤਰੀ ਪਰਖ ਕਲੀਵਨ ਹੋਈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਗਤ ਵਿੱਚ ਭਾਵੇਂ ਕੋਈ ਇਸਤਰੀ ਹੈ, ਭਾਵੇਂ ਪੁਰਸ਼ ਹੈ, ਭਾਵੇਂ ਕਲੀਬ ਹੈ, ਸਾਰਿਆਂ ਦੇ ਵਿੱਚ ਇੱਕ ਆਤਮਾ ਵਿਆਪਕ ਹੈ। ਕਿਉਂਕਿ ਜਿੰਨਾ ਵੀ ਦ੍ਰਿਸ਼ਟਮਾਨ ਪਸਾਰਾ ਹੈ, ਇਸ ਪਸਾਰੇ ਦੀ ਜੋ ਸੱਤਾ ਹੈ, ਸੱਤਾ ਤੋਂ ਭਾਵ ਤੁਸੀਂ ਕਹਿ ਸਕਦੇ ਹੋ ਵੀ ਆਸਰਾ। ਇਹ ਦ੍ਰਿਸ਼ਟਮਾਨ ਪਸਾਰੇ ਦਾ ਜਿੰਨਾ ਵੀ ਆਸਰਾ ਹੈ ਉਹ ਆਤਮਾ ਹੈ। ਆਤਮਾ ਕਰਕੇ ਹੀ ਸਾਰਾ ਕੁਝ ਭਾਸਦਾ। ਜੇ ਆਤਮਾ ਨਹੀਂ ਤਾਂ ਕੁਝ ਵੀ ਨਹੀਂ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਸਾਰਿਆਂ ਦੇ ਵਿੱਚ ਇੱਕ ਪ੍ਰਭੂ ਦੀ ਜੋਤ ਵਿਆਪਕ ਹੈ। ਉਹਦੇ ਕੀਤਿਆਂ ਹੀ ਸਾਰਿਆਂ ਵਿੱਚ ਚਾਨਣਾ ਹੁੰਦਾ ਹੈ। ਪਰ ਜਿੰਨਾ ਵੀ ਦ੍ਰਿਸ਼ਟਮਾਨ ਪਸਾਰਾ ਹੈ, ਇਹ ਪਸਾਰਾ ਨਾਸ਼ਵੰਤ ਹੈ। ਆਤਮਾ ਸਤ ਹੈ, ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਸਤਿਗੁਰੂ ਕਹਿੰਦੇ ਨੇ ਵੀ ਜਿਹੜਾ ਦ੍ਰਿਸ਼ਟਮਾਨ ਪਸਾਰਾ ਨਜ਼ਰ ਆ ਰਿਹਾ ਇਹ ਮਿਥਿਆ ਹੈ। ਸ੍ਰੀ ਸੁਖਮਣੀ ਸਾਹਿਬ ਅੰਦਰ ਵੀ ਆਪਾਂ ਪੜ੍ਹਦੇ ਹਾਂ, ਮਿਥਿਆ ਤਨ ਧਨ ਕੁਟੰਬ ਸਵਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਭਾਵੇਂ ਮਨ ਤਨ ਧਨ ਦੁਨੀਆ ਦੇ ਪਦਾਰਥ ਨੇ, ਇਹ ਸਭ ਮਿਥਿਆ ਹੈ। ਮਿਥਿਆ ਚੀਜ਼ ਦਾ ਮਤਲਬ ਕੀ ਹੁੰਦਾ ਹੈ? ਆਪਾਂ ਇਹਦੇ ਅਰਥ ਕਰਾਂਗੇ ਜੀ ਝੂਠਾ। ਮਿਥਿਆ ਉਹ ਚੀਜ਼ ਹੁੰਦੀ ਹੈ ਵੀ ਜਿਹੜੀ ਹੋਵੇ ਵੀ ਤੇ ਨਾ ਵੀ ਹੋਵੇ, ਉਹਨੂੰ ਮਿਥਿਆ ਕਹਿੰਦੇ ਨੇ। ਇੱਕ ਤਾਂ ਚੀਜ਼ ਨਿਰੀ ਝੂਠੀ ਹੈ ਵੀ ਹੈ ਹੀ ਨਹੀਂ, ਵੀ ਝੂਠੀ ਹੈ। ਹੁਣ ਬੰਦੇ ਨੇ ਝੂਠ ਮਾਰਿਆ ਵੀ ਫਲਾਣੀ ਗੱਲ ਦਾ, ਜਦੋਂ ਪਹਾੜ ਬਣਾ ਲੈਂਦਾ ਨਾ ਇੱਕ ਇਨਸਾਨ, ਕੋਈ ਗੱਲ ਹੋਵੇ ਤੇ ਉਹਦਾ ਪਹਾੜ ਬਣਾ ਕੇ ਤੇ ਦੂਜੇ ਨੂੰ ਗੱਲ ਸੁਣਾਉਂਦਾ। ਇੱਕ ਨਿਰੀ ਝੂਠੀ ਗੱਲ ਜਿਹਦਾ ਵਜੂਦ ਕੋਈ ਨਾ ਹੋਵੇ, ਉਹ ਤਾਂ ਗੱਲ ਝੂਠੀ ਹੈ। ਹੁਣ ਕੋਈ ਆਖੇ ਵੀ ਸਹਿ ਦੇ ਸਿਰ ਤੇ ਸਿੰਘ,
ਸਏ ਦੇ ਸਿਰ ਤੇ ਤਾਂ ਸਿੰਘ ਹੁੰਦਾ ਹੀ ਨਹੀਂ, ਇਹ ਗੱਲ ਹੋ ਗਈ ਝੂਠੀ। ਪਰ ਇੱਕ ਹੈ ਜੀ ਮਿਥਿਆ। ਮਿਥਿਆ ਉਹ ਚੀਜ਼ ਹੈ ਵੀ ਜਿਹੜੀ ਹੈ ਵੀ ਹੈ ਤੇ ਨਹੀਂ ਵੀ ਹੈ। ਹੁਣ ਜੇ ਤੁਸੀਂ ਸੰਸਾਰ ਵੱਲ ਝਾਤੀ ਮਾਰੋ, ਸੰਸਾਰ ਮਿਥਿਆ ਹੈ ਵੀ ਹੈ ਤੇ ਨਹੀਂ ਵੀ ਹੈ। ਤੋ ਜਦੋਂ ਅਗਿਆਨ ਦੀ ਅਵਸਥਾ, ਅਵਿਦਿਆ ਦੀ ਅਵਸਥਾ ਹੁੰਦੀ ਹੈ, ਅਗਿਆਨ ਦੀ ਅਵਸਥਾ ਵਿੱਚ ਸੰਸਾਰ ਹੈ। ਪਰ ਜਦੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇ, ਗਿਆਨ ਦੀ ਅਵਸਥਾ ਵਿੱਚ ਸੰਸਾਰ ਭਾਸਦਾ ਨਹੀਂ। ਸੰਸਾਰ ਸੁਪਨੇ ਵਾਂਗੂ ਲੱਗਦਾ ਹੈ ਵੀ ਇਹ ਸੁਪਨਾ ਹੈ। ਤੋ ਸੰਸਾਰ ਦੇ ਵਿੱਚੋਂ ਵੀ ਨਿਰੰਕਾਰ ਦੇ ਦਰਸ਼ਨ ਹੁੰਦੇ ਨੇ ਵੀ ਇਹ ਸੰਸਾਰ ਵੀ ਜਿਹੜਾ ਇਹ ਨਿਰੰਕਾਰ ਹੀ ਹੈ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਿਹੜਾ ਵਿਸ ਰੂਪ, ਜ਼ਹਿਰ ਰੂਪ ਤੂੰ ਸੰਸਾਰ ਵੇਖ ਰਹੇ ਹੈ ਨਾ, ਜੋ ਮਿਥਿਆ ਹੈ, ਜਦੋਂ ਗੁਰੂ ਦੀ ਕਿਰਪਾ ਹੁੰਦੀ ਅੰਦਰ ਚਾਨਣਾ ਹੋ ਜਾਂਦਾ, ਫਿਰ ਇਹੀ ਸੰਸਾਰ ਹਰੀ ਦਾ ਰੂਪ ਨਜ਼ਰ ਆਉਂਦਾ ਹੈ। ਤੋ ਮਿਥਿਆ ਚੀਜ਼ ਉਹ ਹੁੰਦੀ ਹੈ ਜਿਹੜੀ ਹੈ ਤੇ ਨਹੀਂ ਵੀ ਹੈ। ਇਸ ਵਾਸਤੇ ਤਨ ਹੈ, ਧਨ ਹੈ, ਕੁਟੰਬ ਹੈ, ਰਾਜ ਹੈ, ਜੋਬਨ ਹੈ, ਦੁਨੀਆ ਦੇ ਪਦਾਰਥ ਨੇ। ਇਥੋਂ ਤਾਈਂ ਮਹਾਰਾਜ ਕਹਿੰਦੇ ਤੇਰਾ ਕਾਮ, ਤੇਰਾ ਕ੍ਰੋਧ, ਤੇਰਾ ਹੰਕਾਰ, ਇਹ ਸਭ ਮਿਥਿਆ ਹੈ। ਤੋ ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਜਿੰਨਾ ਵੀ ਇਹ ਦ੍ਰਿਸ਼ਟਮਾਨ ਪਸਾਰਾ ਹੈ, ਇਹ ਮਿਥਿਆ ਰੂਪ ਹੈ। ਤੇ ਮਿਥਿਆ ਪਦਾਰਥਾਂ ਨੂੰ ਵੇਖ ਕੇ ਬੰਦਾ ਲੋਭਾਇਮਾਨ ਹੁੰਦਾ ਹੈ। ਪਰ ਜਦੋਂ ਅੰਤਕਾਲ ਇਹਨਾਂ ਪਦਾਰਥਾਂ ਤੋਂ ਵਿਛੜਦਾ ਹੈ, ਉਦੋਂ ਦੁੱਖਾਂ ਦੀ ਪ੍ਰਾਪਤੀ ਕਰਦਾ ਹੈ। ਜਿਹੜਾ ਸੱਚ ਨਾਲ ਜੁੜ ਜਾਏ, ਉਹ ਕਦੇ ਸੱਚ ਨਾਲੋਂ ਵਿਛੜਦਾ ਨਹੀਂ। ਮਿਲਿਆ ਕਦੇ ਨਾ ਵਿਛੜਾ, ਜਿਹੜਾ ਮਿਲਿਆ ਹੋਵੇ ਉਹ ਕਦੇ ਨਹੀਂ ਵਿਛੜਿਆ ਕਰਦਾ। ਇਸ ਕਰਕੇ ਭਾਵੇਂ ਇਸਤਰੀ ਹੈ, ਭਾਵੇਂ ਕੋਈ ਪੁਰਸ਼ ਹੈ, ਸਤ ਚੇਤਨ ਆਨੰਦਮੈ ਜੋਈ। ਸਤਿਗੁਰੂ ਕਹਿੰਦੇ ਸਾਰਿਆਂ ਦੇ ਅੰਦਰ ਸਤ ਚੇਤਨ ਤੇ ਆਨੰਦ ਰੂਪ ਜੋ ਆਤਮਾ ਹੈ, ਜੋ ਬ੍ਰਹਮ ਹੈ, ਉਹ ਸਭਨਾਂ ਦੇ ਵਿੱਚ ਵਿਆਪਕ ਹੈ। ਨਿਜ ਸਰੂਪ ਜਿਨ ਦੀਨ ਵਿਸਾਰੀ। ਜਿਨ੍ਹਾਂ ਮਨੁੱਖਾਂ ਨੇ ਆਪਣਾ ਨਿੱਜੀ ਸਰੂਪ ਵਿਸਾਰ ਦਿੱਤਾ, ਜਿਨ੍ਹਾਂ ਨੂੰ ਇਹੀ ਲੱਗਿਆ ਵੀ ਸਰੀਰ ਹੀ ਆਤਮਾ ਹੈ, ਸਰੀਰ ਹੀ ਸੱਤ ਹੈ, ਸਰੀਰ ਤੋਂ ਅੱਗੇ ਤਾਂ ਬੰਦੇ ਨੂੰ ਕੁਝ ਦਿਸਦਾ ਹੀ ਨਹੀਂ ਜੀ। ਇਹ ਸਰੀਰ ਜਿਹੜਾ ਅਨਮਈ ਕੋਸ਼ ਹੈ ਸਾਡਾ, ਅਜੇ ਤਾਂ ਅਸੀਂ ਮਨ ਤੱਕ ਨਹੀਂ ਪਹੁੰਚੇ, ਆਤਮਾ ਤਾਂ ਬੜੀ ਦੂਰ ਦੀ ਗੱਲ ਹੈ। ਆ ਜਿਹੜਾ ਸਰੀਰ ਅਨਮਈ ਕੋਸ਼ ਹੈ, ਫਿਰ ਪ੍ਰਾਣਮਈ ਕੋਸ਼ ਹੈ, ਫਿਰ ਅੰਦਰ ਮਨੋਮਈ ਕੋਸ਼ ਹੈ, ਵਿਗਿਆਨਮਈ ਕੋਸ਼ ਹੈ, ਆਨੰਦਮਈ ਕੋਸ਼ ਹੈ, 5 ਕੋਸ਼ ਨੇ। ਇਸ ਤੋਂ ਬਾਅਦ ਕਿਤੇ ਜਾ ਕੇ ਆਤਮਾ ਦੀ ਗੱਲ ਚੱਲਣੀ ਹੈ। ਸਰੀਰ ਕੀ ਹੈ? ਅੰਨ ਤੋਂ ਬਣਿਆ ਹੋਇਆ ਸਰੀਰ। ਇਹਦੇ ਅੰਦਰ ਪ੍ਰਾਣਾਂ ਦਾ ਕੋਸ਼ ਹੈ, ਪ੍ਰਾਣ ਚੱਲ ਰਹੇ ਨੇ। ਇਹ 2 ਕੋਸ਼ ਸਰੀਰ ਦੇ ਨੇ, ਮਨੋਮਈ ਵਿਗਿਆਨਮਈ ਕੋਸ਼ 2 ਅੰਦਰ ਦੇ ਕੋਸ਼ ਨੇ, ਫਿਰ ਆਨੰਦਮਈ ਕੋਸ਼ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਜੇ ਤਾਂ ਅਸੀਂ ਸਰੀਰ ਨਾਲ ਜੁੜੇ ਹਾਂ, ਸਾਨੂੰ ਸਰੀਰ ਤੋਂ ਅੱਗੇ ਕੁਝ ਵੀ ਦਿਖਾਈ ਨਹੀਂ ਦਿੰਦਾ। ਜੋ ਕੁਝ ਦਿਸ ਰਿਹਾ ਬਸ ਸਰੀਰ ਹੀ ਦਿਸ ਰਿਹਾ ਸਾਡਾ। ਇਸ ਵਾਸਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਆਪਣਾ ਆਤਮਿਕ ਸਰੂਪ ਵਿਸਾਰ ਦਿੱਤਾ, ਨਿੱਜੀ ਸਰੂਪ ਵਿਸਾਰ ਦਿੱਤਾ ਹੈ, ਦੁਖਦ ਸਦਾ ਤਨ ਹੰਤਾ ਧਾਰੀ। ਉਹਨਾਂ ਨੇ ਤਨ ਹੰਤਾ ਨੂੰ ਧਾਰਨ ਕੀਤਾ ਵੀ ਇਹ ਸਰੀਰ ਮੇਰਾ, ਇਹ ਮੈਂ ਹਾਂ। ਸਾਰੀ ਜ਼ਿੰਦਗੀ ਉਹ ਮੈਂ ਮੇਰੀ ਕਰਦੇ ਰਹਿੰਦੇ ਨੇ, ਸਰੀਰਾਂ ਵਿੱਚ ਫਸੇ ਰਹਿੰਦੇ ਨੇ। ਅੰਤ ਨੂੰ ਨਾ ਲਈਏ, ਸਾਰਾ ਕੁਝ ਦੁਖਦਾਇਕ ਹੁੰਦਾ ਹੈ। ਸੇ ਨਰ ਜਨਮ ਮਰਨ ਕੋ ਧਾਰੈ। ਇਹੋ ਜੇ ਮਨੁੱਖ ਜਨਮ ਤੇ ਮਰਨ ਨੂੰ ਧਾਰਨ ਕਰਦੇ ਰਹਿੰਦੇ ਹਨ। ਸਹਿ ਸੀਸ ਯਮ ਦੰਡ ਕਰਾਰੈ। ਸਰੀਰਾਂ ਦੇ ਵਿੱਚ ਫਸ ਕੇ ਰਸਾਂ ਕਸਾਂ ਦੀ ਪ੍ਰਾਪਤੀ ਲਈ ਕਰਮ ਕਰਦੇ ਰਹਿੰਦੇ ਹਨ। ਕਦੇ ਮਾੜੇ ਕਰਮ ਕਰ ਲਏ, ਕਦੇ ਚੰਗੇ ਕਰਮ ਕਰ ਲਏ, ਕਦੇ ਬੁਰੇ ਕਰਮ ਕਰ ਲਏ, ਪਾਪ ਕਰ ਲਿਆ। ਤੇ ਉਹ ਕੀਤੇ ਹੋਏ ਪਾਪ ਦੀ ਵਜ੍ਹਾ ਕਰਕੇ ਅਖੀਰ ਨੂੰ ਜਮ ਦਾ ਡੰਡਾ ਸਿਰ ਤੇ ਸਹਿੰਦੇ ਹਨ। ਯਾਤੇ ਨਿਜ ਸਰੂਪ ਪਿਤਰ ਜੋਰ। ਇਸ ਕਰਕੇ ਭਾਈ ਜਿਹੜਾ ਆਪਣਾ ਨਿਜ ਸਰੂਪ ਹੈ ਉਹਦੇ ਵਿੱਚ ਬਿਰਤੀ ਜੋੜੋ। ਇਹ ਸਰੀਰ ਤੋਂ ਉੱਪਰ ਉਠੋ। ਜਿਹੜੀ ਸੁਰਤ ਹੈ ਇਹਨੂੰ ਸਰੀਰ ਤੋਂ ਉੱਪਰ ਉਠਾ ਕੇ ਤੇ ਇਹਨੂੰ ਆਤਮਾ ਦੇ ਵਿੱਚ ਜੋੜੋ। ਜਦੋਂ ਕੋਈ ਆਤਮਾ ਵਿੱਚ ਸੁਰਤ ਜੋੜ ਲੈਂਦਾ ਫਿਰ ਉਹ ਕਰਮ ਤੋਂ ਰਹਿਤ ਹੋ ਜਾਂਦਾ ਹੈ। ਉਹਦੇ ਵਾਸਤੇ ਪਾਪ ਤੇ ਪੁੰਨ ਇੱਕੋ ਸਮਾਨ ਹੋ ਜਾਂਦੇ ਨੇ ਵੀ ਪਾਪ ਵੀ ਬੰਧਨ ਰੂਪ ਹੈ, ਪੁੰਨ ਵੀ ਬੰਧਨ ਰੂਪ ਹੈ। ਉਹਨਾਂ ਵਾਸਤੇ ਪਾਪ ਪੁੰਨ ਇੱਕ ਰੂਪ ਹੋਇਆ ਕਰਦੇ ਨੇ। ਜਿੰਨੀ ਦੇਰ ਸਰੀਰ ਵਿੱਚ ਆ ਉਨੀ ਦੇਰ ਤੱਕ ਪਾਪ ਤੇ ਪੁੰਨ ਦਾ ਫਲ ਭੋਗਣਾ ਪੈਂਦਾ।
ਤੇ ਜਦੋਂ ਕੋਈ ਸਰੀਰ ਤੋਂ ਉੱਪਰ ਉੱਠ ਕੇ ਆਤਮਾ ਵਿੱਚ ਸੁਰਤ ਜੋੜ ਲੈਂਦਾ ਹੈ, ਫਿਰ ਉਹ ਪਾਪ ਤੇ ਪੁੰਨ ਤੋਂ ਰਹਿਤ ਹੋ ਜਾਂਦਾ ਹੈ। ਉਹਦੇ ਵਾਸਤੇ ਪਾਪ ਤੇ ਪੁੰਨ ਇੱਕ ਰੂਪ ਹੋਇਆ ਕਰਦੇ ਹਨ। ਮਿਥਿਆ ਧਨ ਹੰਤਾ ਅਬਛੋਰ। ਇਸ ਵਾਸਤੇ ਭਾਈ ਸਰੀਰ ਨੂੰ ਮਿਥਿਆ ਰੂਪ ਕਰਕੇ ਜਾਣਨਾ ਹੈ। ਇਹ ਤਨ ਦੀ ਹੰਤਾ ਛੱਡ ਦਿਓ। ਸਾਡੇ ਦੇਸ਼ ਵਿੱਚ ਦਾਸ ਨੇ ਅੱਗੇ ਵੀ ਕਈ ਵਾਰੀ ਅਰਜ਼ ਕੀਤੀ ਹੈ ਵੀ ਇੱਕ ਪਹਿਲਾਂ ਕਪਾਲ ਕਿਰਿਆ ਹੁੰਦੀ ਸੀਗੀ। ਪਹਿਲਾਂ, ਅੱਜ ਤਾਂ ਮੈਨੂੰ ਪਤਾ ਨਹੀਂ ਵੀ ਸਨਾਤਨ ਮਤ ਵਿੱਚ ਹੁੰਦੀ ਹੈ, ਪਹਿਲਾਂ ਹੁੰਦੀ ਸੀ ਵੀ ਪੁੱਤਰ ਪਿਤਾ ਪੁੱਤਰ ਦਾ ਜੇ ਕੋਈ ਵੀ ਪਹਿਲਾਂ ਚੜ੍ਹਾਈ ਕਰ ਜਾਏ ਤੇ ਉਹ ਡੰਡਾ ਲੈ ਕੇ ਨਾ ਖੋਪੜੀ ਫੋੜਦੇ ਸਨ ਜਦੋਂ ਪੰਜ ਭੂਤਕ ਸਰੀਰ ਦਾ ਦਾਹ ਸੰਸਕਾਰ ਕੀਤਾ ਜਾਂਦਾ ਸੀਗਾ, ਤਾਂ ਕਿ ਉਹ ਜਿਹੜੀ ਜੀਵ ਆਤਮਾ ਹੁੰਦੀ ਹੈ ਵੀ ਉਹ ਸਰੀਰ ਨੂੰ ਛੱਡ ਕੇ ਚਲੀ ਜਾਏ ਤੇ ਉਹਦਾ ਮੋਹ ਟੁੱਟ ਜਾਏ ਪਰਿਵਾਰ ਨਾਲੋਂ, ਸਰੀਰ ਨਾਲੋਂ, ਸੰਸਾਰ ਨਾਲੋਂ। ਇਹ ਕਿਰਿਆ ਕਰਨ ਦਾ ਮਤਲਬ ਇਹ ਹੁੰਦਾ ਸੀਗਾ। ਯਾਨੀ ਕਿ ਸਰੀਰ ਛੱਡਣ ਤੋਂ ਬਾਅਦ ਵੀ ਸਰੀਰ ਦਾ ਮੋਹ, ਤਨ ਦੀ ਹੰਤਾ ਜਿਹੜੀ ਉਹ ਤਿਆਗਣੀ ਬੜੀ ਕਠਿਨ ਹੁੰਦੀ ਹੈ। ਵੀ ਉਹ ਕਿਰਿਆ ਜਿਹੜੀ ਸੀ ਉਹ ਕੀਤੀ ਜਾਂਦੀ ਸੀ, ਕਪਾਲ ਕਿਰਿਆ ਉਹਨੂੰ ਕਹਿੰਦੇ ਸਨ, ਸਿਰ ਦੀ ਖੋਪੜੀ ਨੂੰ ਤੋੜਨਾ। ਮਹਾਰਾਜ ਕਹਿੰਦੇ ਨੇ ਵੀ ਇਹ ਜਿਹੜੀ ਤਨ ਹੰਤਾ ਹੈ ਨਾ, ਸਰੀਰ ਦੀ ਜਿਹੜੀ ਪਕੜ ਹੈ ਵੀ ਮੇਰਾ ਸਰੀਰ, ਮੈਂ ਮੇਰੀ ਸਾਰੀ ਜ਼ਿੰਦਗੀ ਕਰਨਾ, ਇਹ ਮਨੁੱਖ ਨੂੰ ਜਨਮ ਤੇ ਮਰਨ ਦੇ ਗੇੜ ਵਿੱਚ ਪਾਈ ਰੱਖਦੀ ਹੈ। ਤੋ ਮਹਾਰਾਜ ਕਹਿੰਦੇ ਸਰੀਰ ਤਾਂ ਮਿਥਿਆ, ਤੇ ਜਿਹੜੀ ਤੂੰ ਮੈਂ ਮੇਰੀ ਕਰਦਾ ਵੀ ਮੈਂ ਹੀ ਮਾਇਆ, ਇਹ ਮੇਰਾ ਸਰੀਰ ਹੈ, ਤੇ ਸਰੀਰ ਮਿਥਿਆ ਤੇ ਤੇਰੀ ਮੈਂ ਮੇਰੀ ਵੀ ਮਿਥਿਆ, ਫਿਰ ਤੇਰਾ ਤਾਂ ਹੰਕਾਰ ਵੀ ਮਿਥਿਆ ਨਾ। ਹੁਣ ਬੰਦਾ ਮਿਥਿਆ ਚੀਜ਼ ਦਾ ਹੰਕਾਰ ਕਰੇ ਤੇ ਫਿਰ ਉਹ ਕਾਹਦਾ ਹੰਕਾਰ ਹੋਇਆ। ਇਸ ਵਾਸਤੇ ਸਰੀਰ ਦੇ ਤਿਆਗਣ ਦੇ ਨਾਲ ਪਾਤਸ਼ਾਹ ਕਹਿੰਦੇ ਤੂੰ ਸਾਰਾ ਕੁਝ ਤਿਆਗ ਜਾਣਾ ਹੈ। ਤੋ ਜੇ ਭਲਾ ਚਾਹੁੰਦਾ ਤੇ ਮਿਥਿਆ ਤਨ ਹੰਤਾ ਅਬ ਛੋਰ, ਇਹ ਸਰੀਰ ਮਿਥਿਆ ਇਹਦੀ ਤਨ ਹੰਤਾ ਦਾ ਤਿਆਗ ਕਰ ਦੇ। ਤਨ ਹੰਤਾ ਕੇ ਕਾਰਜ ਸਾਰੇ। ਜਿਹੜੀ ਤਨ ਹੰਤਾ ਹੈ ਇਹਦੇ ਹੀ ਸਾਰੇ ਕਾਰਜ ਹਨ। ਰਾਗ ਦਵੈਖ ਆਦਿਕ ਜੇ ਧਾਰੇ। ਜਿਹੜੇ ਅਸੀਂ ਰਾਗ ਦਵੈਖ ਆਦਿਕ ਧਾਰਨ ਕਰੀ ਬੈਠੇ ਆ ਨਾ, ਇਹ ਤਨ ਹੰਤਾ ਦੇ ਕਾਰਜ ਨੇ। ਇਹਦਾ ਭਾਵ ਹੈ, ਵੇਖੋ ਇੱਕ ਘਰ ਬਣਾਉਣ ਵਾਲਾ ਮਿਸਤਰੀ ਹੈ ਨਾ ਜੀ, ਇੱਕ ਰੇਤਾ ਸੀਮਟ ਬਜਰੀ ਹੋ ਗਈ, ਤੇ ਫਿਰ ਇਹਨਾਂ ਦੋਹਾਂ ਚੀਜ਼ਾਂ ਤੋਂ ਕੀ ਬਣਦਾ? ਘਰ, ਮਕਾਨ। ਮਕਾਨ ਕਾਰਜ ਹੈ, ਮਕਾਨ ਜਿਹੜਾ ਹੈ ਉਹ ਕਾਰਜ ਹੈ। ਤੋ ਕਾਰਨ ਕੀ ਹੈ? ਸੀਮਟ ਹੋ ਗਿਆ, ਇੱਟਾਂ ਹੋ ਗਈਆਂ, ਰੇਤਾ ਹੋ ਗਿਆ, ਬਜਰੀ ਹੋ ਗਿਆ, ਇਹ ਕਾਰਨ ਹੈ। ਤੋ ਤਨ ਕਾਰਨ ਹੈ, ਇਹਦਾ ਕਾਰਜ ਕੀ ਹੈ? ਰਾਗ ਦਵੈਖ। ਇਹਦਾ ਮਤਲਬ ਸੌਖਾ ਜਿਹਾ ਸਮਝ ਲਓ ਵੀ ਜਦੋਂ ਬੰਦਾ ਸਰੀਰ ਦੀ ਹੰਤਾ ਰੱਖਦਾ ਵੀ ਮੈਂ, ਮੇਰਾ ਸਰੀਰ, ਮੇਰਾ ਘਰ-ਬਾਰ, ਮੇਰਾ ਪਰਿਵਾਰ, ਇਹਦੇ ਵਿੱਚੋਂ ਰਾਗ ਤੇ ਦਵੈਖ ਜਨਮ ਲੈ ਲੈਂਦੇ ਨੇ। ਰਾਗ ਦਾ ਮਤਲਬ ਮੋਹ, ਦਵੈਖ ਦਾ ਮਤਲਬ ਈਰਖਾ। ਜੋ ਆਪਣਾ ਉਹਦੇ ਨਾਲ ਮੋਹ ਹੈ, ਜੋ ਆਪਣਾ ਨਹੀਂ ਪਰਾਇਆ ਉਹਦੇ ਨਾਲ ਈਰਖਾ ਹੈ, ਦੂਜੇ ਨਾਲ ਦਵੈਸ਼ ਹੈ। ਇਸ ਵਾਸਤੇ ਤਨ ਹੰਤਾ ਜਿਹੜੀ ਹੈ, ਜਿਹੜਾ ਤਨ ਅਭਿਮਾਨ ਦੇ ਅਧਿਆਸ ਹੈ, ਇਹਦਾ ਜਿਹੜਾ ਕਾਰਜ ਰੂਪ ਹੈ ਉਹ ਰਾਗ ਤੇ ਦਵੈਸ਼ ਹੈ। ਜਬ ਤਨ ਹੰਤਾ ਬਿਨਸਹਿ ਨਿਕੇ। ਜਦੋਂ ਤਨ ਹੰਤਾ ਅੰਦਰੋਂ ਨਸ਼ਟ ਹੋ ਜਾਂਦੀ ਹੈ, ਰਹਿ ਨਾ ਕੋ ਹੋਏ ਸ੍ਰੇਸ਼ਟ ਜੋ ਜੀਕੇ। ਮਹਾਰਾਜ ਕਹਿੰਦੇ ਉਦੋਂ ਫਿਰ ਰਾਗ ਤੇ ਦਵੈਸ਼ ਨਹੀਂ ਰਹਿੰਦੀ। ਤਨ ਹੰਤਾ ਕਦੋਂ ਮਿਟਦੀ ਹੈ? ਜਦੋਂ ਤਨ ਨੂੰ ਅਸੀਂ ਨਾਸ਼ਵੰਤ ਜਾਣ ਲਿਆ ਵੀ ਮੇਰਾ ਸਰੀਰ ਨਾਸ਼ਵੰਤ ਹੈ, ਵੀ ਇਹ ਮਿਥਿਆ ਹੈ। ਜਦੋਂ ਸਰੀਰ ਮਿਥਿਆ ਤੇ ਫਿਰ ਸਰੀਰ ਦਾ ਅਭਿਮਾਨ ਕਾਹਦਾ, ਹੰਕਾਰ ਕਾਹਦਾ? ਤੋ ਅਭਿਮਾਨ ਮਿਟਦਿਆਂ ਮਹਾਰਾਜ ਕਹਿੰਦੇ ਅੰਦਰੋਂ ਫਿਰ ਰਾਗ ਤੇ ਦਵੈਖ ਇਹ ਵੀ ਮੁੱਕ ਜਾਂਦੇ ਹਨ। ਇਹਦੇ ਨਾਲ ਇਸ ਜੀਵ ਦੀ ਮੁਕਤੀ ਹੁੰਦੀ, ਕਲਿਆਣਤਾ ਹੁੰਦੀ ਹੈ। ਜਥਾ ਮੂਲ ਕੋ ਦੇਹ ਉਖਾਰੇ। ਸਤਿਗੁਰੂ ਕਹਿੰਦੇ ਜਿਵੇਂ ਕੋਈ ਦਰਖਤ ਹੁੰਦਾ ਹੈ ਨਾ, ਆਪਾਂ ਜਦੋਂ ਕਿਸੇ ਦਰਖਤ ਦਾ ਮੁੱਢ ਪੁੱਟ ਦਿੰਦੇ ਹਾਂ, ਸੁੱਕ ਹੈ ਤਰਦਲ ਫੂਲ ਸੋ ਡਾਰੇ। ਤੇ ਮੁੱਢ ਪੁੱਟਣ ਦੇ ਨਾਲ ਦਰਖਤ ਦੇ ਫਲ, ਫੁੱਲ, ਪੱਤੇ, ਉਹਦੀਆਂ ਟਾਹਣੀਆਂ ਸਭ ਕੁਝ ਸੁੱਕ ਜਾਂਦਾ ਹੈ। ਤਿਮ ਤਨ ਹੰਤਾ ਸੰਗ ਬਿਕਾਰਾ। ਇਸੇ ਤਰ੍ਹਾਂ ਜਿਹੜੀ ਤਨ ਹੰਤਾ ਹੈ ਨਾ, ਇਹ ਮੂਲ, ਇਹ ਜੜ ਹੈ। ਤਨ ਹੰਤਾ ਦੇ ਅਧਿਆਸ ਇਹ ਜੜ ਹੈ। ਜਿਵੇਂ ਦਰਖਤ ਦੀ ਜੜ ਹੁੰਦੀ ਹੈ, ਤੇ ਜਦੋਂ ਅਸੀਂ ਇਹ ਤਨ ਹੰਤਾ ਰੂਪੀ ਜੜ ਪੁੱਟ ਦਿੰਨੇ ਆ, ਇਹਦੇ ਉੱਪਰ ਫਲ ਫੁੱਲ ਪੱਤਿਆਂ ਵਾਂਗੂ ਜਿਵੇਂ ਵਿਕਾਰ ਲੱਗਦੇ ਹਨ,
ਉਹ ਵਿਕਾਰ ਵੀ ਨਸ਼ਟ ਹੋ ਜਾਂਦੇ ਹਨ। ਬਿਨ ਸਤ ਬਿਨ ਸਹਿ ਏਕੋ ਬਾਰਾ। ਜੈਸੇ ਦਰਖਤ ਦੀ ਜੜ ਕੱਟਣ ਦੇ ਨਾਲ ਇੱਕੋ ਵਾਰੀ ਸਾਰਾ ਕੁਝ ਬਿਨਸ ਜਾਂਦਾ ਹੈ, ਐਸੇ ਹੀ ਤਨ ਹੰਤਾ ਦੇ ਅਧਿਆਸ ਤਿਆਗਣ ਦੇ ਨਾਲ ਇੱਕੋ ਵਾਰੀ ਸਾਰੇ ਵਿਕਾਰ ਨਸ਼ਟ ਹੋ ਜਾਂਦੇ ਹਨ। ਇਮ ਕਹਿ ਕਿਰਪਾ ਦ੍ਰਿਸ਼ਟ ਗੁਰ ਹੇਰੀ। ਮਾਤਾ ਕੌਲਾਂ ਜੀ ਨੂੰ ਐਸਾ ਉਪਦੇਸ਼ ਦੇ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮਾਤਾ ਜੀ ਵੱਲ ਕਿਰਪਾ ਦ੍ਰਿਸ਼ਟੀ ਕਰਕੇ ਵੇਖਿਆ ਹੈ। ਦੂਰ ਕਰੀ ਤਨ ਹੰਤਾ ਬੇਰੀ। ਸਰੀਰ ਦੀ ਜਿਹੜੀ ਤਨ ਹੰਤਾ ਸੀ, ਹਉਮੈ ਸੀ, ਹਉਮੈ ਦੀ ਜਿਹੜੀ ਬੇੜੀ ਪਈ ਸੀ ਉਹ ਦੂਰ ਕਰ ਦਿੱਤੀ ਹੈ। ਉਰ ਮਹਿ ਬ੍ਰਿਤ ਟਿਕੀ ਸੁਖ ਪਾਵਾ। ਜਿਹੜੀ ਬਿਰਤੀ ਸੀ ਉਹ ਹਿਰਦੇ ਦੇ ਵਿੱਚ ਆਤਮਿਕ ਰੂਪ ਵਿੱਚ ਜਾ ਟਿਕੀ ਹੈ, ਜਿਹਦੇ ਕਰਕੇ ਆਤਮਿਕ ਸੁੱਖਾਂ ਦੀ ਪ੍ਰਾਪਤੀ ਕੀਤੀ ਹੈ। ਤਤ ਛਿਨ ਨਿਜ ਸਰੂਪ ਦਰਸਾਵਾ। ਸਤਿਗੁਰਾਂ ਦੀ ਕਿਰਪਾ ਨਾਲ ਉਸੇ ਵਕਤ ਮਾਤਾ ਕੌਲਾਂ ਜੀ ਨੇ ਆਪਣੇ ਨਿੱਜੀ ਸਰੂਪ ਦੇ ਦੀਦਾਰ ਕੀਤੇ ਹਨ। ਗੁਰੂ ਕਿਰਪਾ ਤੇ ਭਾ ਬ੍ਰਹਮ ਗਿਆਨ। ਸਤਿਗੁਰੂ ਜੀ ਦੀ ਕਿਰਪਾ ਸਦਕਾ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੈ। ਲੇਸ਼ ਨਾ ਰਾਗ ਦਵੈਸ਼ ਮਦਮਾਨ। ਤੇ ਮਨ ਦੇ ਅੰਦਰ ਲੇਸ਼ ਮਾਤਰ ਨਾ ਰਾਗ, ਨਾ ਦਵੈਸ਼, ਨਾ ਹੰਕਾਰ, ਨਾ ਹਉਮੈ ਰਹੀ। ਇਹ ਸਾਰੇ ਵਿਕਾਰ ਅੰਦਰੋਂ ਧੋਤੇ ਗਏ ਹਨ। ਵਿਚਾਰਨ ਲਗੀ ਵਿਚਾਰਨ ਜਗ ਕਿਆ ਪਿਓ। ਮਾਤਾ ਜੀ ਮਨ ਵਿੱਚ ਵਿਚਾਰ ਕਰਨ ਲੱਗੇ ਹਨ ਵੀ ਇਹ ਜਗਤ ਕੀ ਹੈ। ਮਨ ਨੇ ਕਲਪ ਬ੍ਰਹਮ ਮਹਿ ਲਿਓ। ਮਨ ਨੇ ਬ੍ਰਹਮ ਵਿੱਚ ਜਗਤ ਨੂੰ ਕਲਪ ਲਿਆ। ਮਨ ਨੇ ਜਗਤ ਨੂੰ ਬ੍ਰਹਮ ਵਿੱਚ ਕਲਪਿਆ। ਇਹਦਾ ਭਾਵ ਹੈ ਵੀ ਜਿਹੜਾ ਬ੍ਰਹਮ ਹੈ, ਬ੍ਰਹਮ ਵਿੱਚ ਜਗਤ ਕਲਪਿਆ ਗਿਆ। ਇੱਕ ਬੜੀ ਸੋਹਣੀ ਉਦਾਹਰਣ ਹੈ, ਜਿਵੇਂ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਨੇ ਨਾ, ਰਾਜ ਭੁਜੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ। ਜਿਵੇਂ ਰੱਜੂ ਹੁੰਦੀ ਹੈ, ਰੱਸੀ ਹੁੰਦੀ ਹੈ, ਉਹਦੇ ਵਿੱਚ ਸਾਨੂੰ ਸੱਪ ਦਿਸਦਾ ਹੈ। ਕਦੋਂ ਦਿਸਦਾ? ਜਦੋਂ ਮਨ ਥੋੜਾ ਹਨੇਰਾ ਹੋਵੇ। ਹਨੇਰੇ ਵਿੱਚ ਬੰਦਾ ਅੰਦਾਜ਼ਾ ਲਾ ਹੀ ਲੈਂਦਾ ਵੀ ਕਿਤੇ ਸੱਪ ਹੀ ਨਾ ਹੋਵੇ। ਤੋ ਜਿਹੜਾ ਸੱਪ ਹੈ ਉਹ ਕਲਪਿਆ ਹੋਇਆ। ਰੱਸੀ ਵਿੱਚ ਸੱਪ ਹੈ ਤਾਂ ਨਹੀਂ ਨਾ, ਪਰ ਕਲਪ ਲਿਆ ਵੀ ਹੈਗਾ ਹੈ। ਹੁਣ ਇਹ ਮਿਥਿਆ ਹੈ। ਹੁਣ ਸੱਪ ਹੈ ਵੀ ਤੇ ਨਹੀਂ ਵੀ ਹੈ, ਦੋਨੇ ਚੀਜ਼ਾਂ ਨੇ ਨਾ। ਇਹਨੂੰ ਮਿਥਿਆ ਕਹਿੰਦੇ। ਵੀ ਕਾਰਨ ਕੀ ਹੈ? ਵੀ ਉਹ ਜਿਹੜਾ ਸੱਪ ਕਲਪਿਆ ਗਿਆ ਉਹਦਾ ਅਧਿਸ਼ਠਾਨ ਜਿਹੜਾ ਆਸਰਾ ਜਿਹੜਾ ਉਹ ਰੱਸੀ ਹੈ। ਜੇ ਰੱਸੀ ਨਾ ਹੁੰਦੀ ਤੇ ਕਿਵੇਂ ਕਲਪਦਾ ਵੀ ਸੱਪ ਹੈ? ਜੇ ਰੱਸੀ ਨਾ ਹੁੰਦੀ ਤੇ ਕਿਵੇਂ ਕਲਪਦਾ ਵੀ ਸੱਪ ਹੈ? ਰੱਸੀ ਸੀ ਤਾਂ ਹੀ ਕਲਪਿਆ ਨਾ ਵੀ ਇਹ ਸੱਪ ਹੈ। ਜਦੋਂ ਦਿਨ ਚੜ੍ਹਦਾ ਪ੍ਰਕਾਸ਼ ਹੁੰਦਾ ਤੇ ਉਹ ਸੱਪ ਕਿੱਥੇ ਜਾਂਦਾ? ਰੱਸੀ ਵਿੱਚ। ਉਹਦੇ ਵਿੱਚ ਭੇਦ ਹੋ ਜਾਂਦਾ, ਕਿਉਂਕਿ ਜਿਹੜੀ ਚੀਜ਼ ਜਿੱਥੋਂ ਪੈਦਾ ਹੁੰਦੀ ਹੈ ਉੱਥੇ ਜਾ ਕੇ ਸਮਾ ਜਾਂਦੀ। ਉਹ ਜਿਹੜਾ ਅੰਦਰ ਭਰਮ ਪੈਦਾ ਹੋਇਆ ਸੀ, ਜਿਹੜੀ ਉਹ ਕਲਪਨਾ ਸੀ ਨਾ ਵੀ ਇਹ ਕਿਤੇ ਸੱਪ ਹੀ ਨਾ ਹੋਵੇ, ਉਹ ਸਾਰਾ ਕੁਝ ਉਹ ਰੱਸੀ ਵਿੱਚ, ਅਧਿਸ਼ਠਾਨ ਵਿੱਚ, ਆਸਰੇ ਵਿੱਚ ਹੀ ਸਮਾ ਗਿਆ ਤੇ ਕੇਵਲ ਰੱਸੀ ਰਹਿ ਗਈ। ਇਸੇ ਤਰ੍ਹਾਂ ਸੰਸਾਰ ਦੇ ਵਿੱਚ ਜਦੋਂ ਝਾਤੀ ਮਾਰਦੇ ਆ, ਸੰਸਾਰ ਬ੍ਰਹਮ ਵਿੱਚ ਕਲਪਿਆ ਹੋਇਆ ਹੈ। ਅਸਲ ਵਿੱਚ ਸੰਸਾਰ ਦਾ ਹਾਲ ਸੱਪ ਵਰਗਾ ਹੈ। ਜਦੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਇਹ ਸੰਸਾਰ ਅਭਾਵ ਹੋ ਜਾਂਦਾ ਹੈ ਬ੍ਰਹਮ ਦੇ ਵਿੱਚ। ਉਦੋਂ ਕੇਵਲ ਬ੍ਰਹਮ ਹੀ ਰਹਿ ਜਾਂਦਾ ਹੈ, ਜਿਸ ਨੂੰ ਗੁਰਬਾਣੀ ਕਹਿੰਦੀ ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ ਆਤਮ ਪਸਾਰਾ ਕਰਨਹਾਰਾ ਪ੍ਰਭ ਬਿਨਾ ਨਹੀਂ ਜਾਣੀਐ। ਉਦੋਂ ਫਿਰ ਬ੍ਰਹਮ ਹੀ ਹਰ ਪਾਸੇ ਦਿਖਾਈ ਦਿੰਦਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਰੱਬ ਤੋਂ ਬਿਨਾ ਹੋਰ ਕੋਈ ਦਿਖਾਈ ਨਹੀਂ ਦਿੰਦਾ, ਸੁਣਾਈ ਨਹੀਂ ਦਿੰਦਾ, ਕੋਈ ਬੋਲਦਾ ਨਹੀਂ ਸੁਣਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤਾਂ ਇੱਥੋਂ ਤਾਈਂ ਕਹਿੰਦੇ, ਹਰ ਹਟ ਭੀ ਤੂੰ, ਤੂੰ ਕਰ ਹੈ ਬੁੱਲ ਹੈ ਭਲੀ ਬਾਣ। ਹਰ ਹਟ ਕਿਹਨੂੰ ਕਹਿੰਦੇ ਨੇ? ਹਲਟ ਨੂੰ। ਪੁਰਾਣੇ ਸਮੇਂ ਵਿੱਚ ਹਲਟ ਚੱਲਦੇ ਸਨ, ਟੰਡਾਂ ਦੇ ਨਾਲ ਖੂਹ ਵਿੱਚੋਂ ਪਾਣੀ ਭਰ ਕੇ ਬਾਹਰ ਆਉਂਦਾ ਸੀ। ਉਹ ਜਦੋਂ ਹਲਟ ਚੱਲਦਾ ਸੀ ਉਹ ਆਵਾਜ਼ ਆਉਂਦੀ ਸੀਗੀ। ਮਹਾਰਾਜ ਕਹਿੰਦੇ ਹਲਟ ਵੀ ਤੂੰ ਤੂੰ ਜਪਦਾ ਵੀ ਰੱਬ ਰੱਬ ਹੀ ਕਰਦਾ, ਕਿਉਂਕਿ ਜਦੋਂ ਬ੍ਰਹਮ ਤੋਂ ਬਿਨਾਂ ਹੋਰ ਕੁਝ ਦਿਸਦਾ ਹੀ ਨਹੀਂ ਤੇ ਸਾਰਿਆਂ ਵਿੱਚੋਂ ਬ੍ਰਹਮ ਹੀ ਬੋਲਦਾ ਸੁਣਾਈ ਦਿੰਦਾ। ਸਭੈ ਘਟ ਰਾਮ ਬੋਲੇ, ਰਾਮ ਨਾਮ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਰੱਬ ਤੋਂ ਬਿਨਾ ਹੋਰ ਕੋਈ ਬੋਲਦਾ ਨਹੀਂ। ਜੋ ਬੋਲਤ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਗੁਰਬਾਣੀ ਕਹਿੰਦੀ ਜੇ ਹਰਨ ਬੋਲ ਰਿਹਾ ਉਹ ਵੀ ਰੱਬ ਨੂੰ ਜਪ ਰਿਹਾ, ਜੇ ਪੰਛੀ ਬੋਲ ਰਹੇ ਨੇ ਉਹ ਵੀ ਰੱਬ ਨੂੰ ਜਪ ਰਹੇ। ਉਹ ਰੱਬ ਤੋਂ ਬਿਨਾ ਹੋਰ ਕਿਸੇ ਦਾ ਨਾਮ ਜਪ ਹੀ ਨਹੀਂ ਰਹੇ।
ਇਹ ਬ੍ਰਹਮ ਦ੍ਰਿਸ਼ਟੀ ਜਦੋਂ ਬਣ ਜਾਂਦੀ ਹੈ, ਬ੍ਰਹਮ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ, ਉਦੋਂ ਸਾਰਿਆਂ ਵਿੱਚੋਂ ਇੱਕ ਬ੍ਰਹਮ ਹੀ ਦਿਖਾਈ ਦਿੰਦਾ ਹੈ। ਮਾਤਾ ਕੌਲਾਂ ਜੀ ਨੂੰ ਜਦੋਂ ਉਪਦੇਸ਼ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਤਾ, ਜਗ ਕਿਆ ਭਇਓ, ਮਾਤਾ ਜੀ ਕਹਿੰਦੇ ਜਗਤ ਕੀ ਹੈ? ਕਹਿੰਦੇ ਮਨ ਨੇ ਕਲਪ ਬ੍ਰਹਮ ਲਿਓ। ਮਨ ਨੇ ਇਹ ਜਗਤ ਬ੍ਰਹਮ ਵਿੱਚ ਕਲਪ ਲਿਆ। ਜਿਵੇਂ ਆਪਾਂ ਰੱਸੀ ਵਿੱਚ ਸੱਪ ਕਲਪ ਲੈਂਦੇ ਆ ਵੀ ਕਿਤੇ ਸੱਪ ਨਾ ਹੋਵੇ, ਏਦਾਂ ਅਸੀਂ ਰੱਬ ਵਿੱਚ, ਬ੍ਰਹਮ ਦੇ ਵਿੱਚ ਸੰਸਾਰ ਨੂੰ ਕਲਪਿਆ ਹੈ। ਜਥਾ ਰਜੂ ਮਹਿ ਇਹ ਕੋ ਜਾਨ, ਜੈਸੇ ਰੱਜੂ ਵਿੱਚ, ਰੱਸੀ ਵਿੱਚ ਇਹ ਨਾਮ ਹੁੰਦਾ ਸੱਪ ਦਾ, ਜਿਵੇਂ ਸੱਪ ਨੂੰ ਜਾਣ ਲਈਦਾ ਹੈ। ਡਰਪਤ ਭਾਜਤ ਕੰਪਾ ਠਾਨ, ਤੇ ਬੰਦਾ ਫਿਰ ਉਹ ਸੱਪ ਸਮਝ ਕੇ ਡਰਦਾ ਮਾਰਾ ਇੱਧਰ ਉੱਧਰ ਕੰਬਦਾ ਹੋਇਆ ਭਜਦਾ ਹੈ। ਤਥਾ ਭ੍ਰਾਂਤ ਨੇ ਲੋਕ ਭਰਮਾਏ, ਇਸੇ ਤਰ੍ਹਾਂ ਜਿਹੜਾ ਅੰਦਰ ਦਾ ਭਰਮ ਸੀ ਨਾ, ਅਵਿਦਿਆ ਸੀ, ਅਗਿਆਨਤਾ ਸੀ, ਉਹਨੇ ਵੀ ਲੋਕਾਂ ਨੂੰ ਭਰਮਾ ਦਿੱਤਾ ਹੈ। ਅਨਹੋਵਤ ਕਲਪਿਓ ਦੁਖ ਪਾਏ, ਅਸਲ ਵਿੱਚ ਜੋ ਹੈ ਨਹੀਂ ਉਹਨੂੰ ਅਸੀਂ ਮਨ ਵਿੱਚ ਕਲਪ ਕੇ ਬਹਿ ਗਏ, ਇਸੇ ਕਰਕੇ ਤਾਂ ਦੁੱਖਾਂ ਦੀ ਪ੍ਰਾਪਤੀ ਕਰ ਰਹੇ ਹਾਂ। ਇਤਿਆਦਿਕ ਔਰ ਭਇਓ ਵਿਚਾਰ, ਇਸ ਤਰ੍ਹਾਂ ਮਾਤਾ ਕੌਲਾਂ ਜੀ ਦੇ ਹਿਰਦੇ ਵਿੱਚ ਐਸਾ ਬ੍ਰਹਮ ਦਾ ਵਿਚਾਰ ਪੈਦਾ ਹੋਇਆ ਹੈ। ਠਹਿਰ ਗਈ ਬ੍ਰਿਤ ਬ੍ਰਹਮ ਮਝਾਰ, ਜਿਹੜੀ ਬਿਰਤੀ ਸੀ ਉਹ ਬ੍ਰਹਮ ਦੇ ਵਿੱਚ ਜਾ ਕਰਕੇ ਠਹਿਰ ਗਈ, ਟਿਕ ਗਈ। ਲਗੀ ਸਮਾਦ ਗਿਆਨਿਦ ਨਿਵਾਰ, ਸਾਧ ਸੰਗਤ ਜਿਵੇਂ ਕੋਈ ਪੂਰਨ ਬ੍ਰਹਮ ਗਿਆਨੀ ਦੀ ਸਮਾਧੀ ਲੱਗੀ ਹੁੰਦੀ ਹੈ, ਇਸੇ ਤਰ੍ਹਾਂ ਮਾਤਾ ਜੀ ਦੀ ਸਮਾਧੀ ਲੱਗ ਗਈ ਹੈ। ਸਕਲ ਅਵਿਦਿਆ ਦੂਰ ਬਿਦਾਰੀ, ਸਤਿਗੁਰਾਂ ਨੇ ਕਿਰਪਾ ਕਰਕੇ ਅੰਦਰ ਦੀ ਅਵਿਦਿਆ ਜਿਹੜੀ ਉਹ ਦੂਰ ਕਰ ਦਿੱਤੀ, ਅੰਦਰ ਦਾ ਅਗਿਆਨ ਦੂਰ ਕਰ ਦਿੱਤਾ ਹੈ। ਦੋਹਰਾ ਜਿਮਦ ਉਤਰੇ ਹੋਤ ਸੁਧ, ਤਿਮ ਅਗਿਆਨ ਨਿਵਾਰ। ਕਵੀ ਜੀ ਕਹਿੰਦੇ ਜਿਵੇਂ ਨਸ਼ਾ ਉਤਰਦਾ ਨਾ, ਬੰਦੇ ਨੂੰ ਫਿਰ ਸੋਝੀ ਆਉਂਦੀ ਹੈ ਵੀ ਮੈਂ ਕੀ ਬੋਲਿਆ, ਮੈਂ ਕੀ ਕੀਤਾ, ਉਦੋਂ ਸੋਝੀ ਪੈਂਦੀ ਹੈ ਨਾ ਬੰਦੇ ਨੂੰ, ਨਸ਼ਾ ਉਤਰਿਆ। ਇਸੇ ਤਰ੍ਹਾਂ ਜਦੋਂ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਏ, ਫਿਰ ਸੋਝੀ ਪੈ ਜਾਂਦੀ ਹੈ ਵੀ ਸੱਤ ਕੀ ਹੈ ਤੇ ਅਸੱਤ ਕੀ ਹੈ। ਔਰ ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਖੇਡ ਬਣਦੀ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਜਿਨ੍ਹਾਂ ਉੱਪਰ ਗੁਰੂ ਨੇ ਕਿਰਪਾ ਕਰ ਦਿੱਤੀ, ਇਸ ਜੁਗਤੀ ਨੂੰ ਉਹਨਾਂ ਨੇ ਪਛਾਣਿਆ ਹੈ। ਜਾਣਿਓ ਆਪਨ ਸਰੂਪ ਕੋ ਅਦਭੁਤ ਹਿਰਦੈ ਨਿਹਾਰ। ਇਸ ਤਰ੍ਹਾਂ ਮਾਤਾ ਕੌਲਾਂ ਜੀ ਨੇ ਆਪਣੇ ਨਿੱਜੀ ਸਰੂਪ ਨੂੰ ਜਾਣ ਲਿਆ, ਅੰਦਰ ਜਿਹੜਾ ਅਦਭੁਤ ਸਰੂਪ ਸੀ ਨਾ ਉਹਨੂੰ ਵੇਖ ਲਿਆ। ਮਾਤਾ ਕੌਲਾਂ ਜੀ ਦਾ ਪ੍ਰਸੰਗ ਸੁਣਿਆ ਇੱਕ ਵਾਰੀ, ਉਹਨਾਂ ਦਾ ਹੋਰ ਪ੍ਰਸੰਗ ਮੈਂ ਦੁਹਰਾ ਦਿਆਂ। ਮਾਤਾ ਕੌਲਾਂ ਜੀ ਜਿਨ੍ਹਾਂ ਦੇ ਬਾਬਤ ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀਖ ਗੁਰੂ ਖਾਲਸਾ ਵਿੱਚ ਲਿਖਿਆ ਹੈ। ਖਾਜੀ ਰੁਸਤਮ ਖਾਨ ਦੀ ਬੇਟੀ ਇਹ ਬੜੀ ਸਤ ਸੰਗਣ ਸੀ, ਜੋ ਸਾਈਂ ਮੀਆਂ ਮੀਰ ਜੀ ਦੀ ਸੰਗਤ ਵਿੱਚ ਜਾਂਦੇ ਸਨ। ਤੇ ਸਾਈਂ ਮੀਆਂ ਮੀਰ ਜੀ ਗੁਰੂ ਘਰ ਦੇ ਪਹਿਲੋ ਪ੍ਰੇਮੀ ਸਨ, ਉਹ ਬਾਣੀ ਪੜ੍ਹਦੇ ਸਨ। ਉਹਨਾਂ ਦੀ ਰਸਨਾ ਤੋਂ ਮਾਤਾ ਕੌਲਾਂ ਨੇ ਜਦੋਂ ਗੁਰੂ ਸਾਹਿਬ ਦਾ ਜਸ ਸੁਣਿਆ ਤੇ ਬਾਣੀ ਪੜ੍ਹਨ ਲੱਗ ਪਏ, ਮਹਾਰਾਜ ਦੀ ਸਿਫਤ ਕਰਨ ਲੱਗ ਪਏ, ਤਾਰੀਫ ਕਰਨ ਲੱਗ ਪਏ। ਇੱਕ ਦਿਨ ਕਿਤੇ ਕਾਜੀ ਰੁਸਤਮ ਖਾਨ ਨੇ ਸੁਣ ਲਿਆ ਮਹਾਰਾਜ ਜੀ ਦੀ ਉਸਤਤੀ ਕਰਦਿਆਂ, ਉਦੋਂ ਗੁਰੂ ਸਾਹਿਬ ਵੀ ਲਾਹੌਰ ਵਿਖੇ ਸਨ। ਇਸ ਗੱਲ ਕਰਕੇ ਉਹ ਗੁੱਸੇ ਦੇ ਵਿੱਚ ਆ ਗਿਆ, ਆਖਦਾ ਵੀ ਕਿਸੇ ਕਾਫਰ ਦੇ ਬੋਲ ਪੜ੍ਹਨੇ, ਕਿਸੇ ਦੀ ਤਾਰੀਫ ਕਰਨੀ ਸ਼ਰਅ ਦੇ ਇਹ ਮੁਤਾਬਕ ਨਹੀਂ ਹੈ, ਤੈਨੂੰ ਦੰਡ ਦਿੱਤਾ ਜਾਏਗਾ ਜੇ ਤੂੰ ਅੱਗੇ ਤੋਂ ਨਾ ਸੁਧਰੀ। ਪਰ ਮਾਤਾ ਕੌਲਾਂ ਦੀ ਐਸੀ ਲਿਵ ਲੱਗੀ ਸੀ, ਉਹ ਬਾਣੀ ਪੜ੍ਹਦੇ ਰਹੇ। ਅਖੀਰ ਕਾਜੀ ਰੁਸਤਮ ਖਾਨ ਨੇ ਬੇਟੀ ਨੂੰ ਮਾਰਿਆ, ਕੁੱਟਿਆ ਤੇ ਹੋਰ ਕਾਜ਼ੀਆਂ ਪਾਸੋਂ ਫਤਵਾ ਲਵਾ ਦਿੱਤਾ ਕਤਲ ਕਰਨ ਦਾ। ਆਪਣੀ ਹੀ ਬੇਟੀ ਨੂੰ ਕਤਲ ਕਰਨ ਦਾ ਫਤਵਾ ਲਵਾਇਆ ਗਿਆ। ਤੇ ਜਿਹੜੀ ਮਾਤਾ ਕੌਲਾਂ ਦੀ ਮਾਤਾ ਸੀ, ਉਹਨੂੰ ਜਦੋਂ ਪਤਾ ਲੱਗਿਆ, ਉਹ ਆਪਣੀ ਧੀ ਨੂੰ ਲੈ ਕੇ ਸਾਈਂ ਮੀਆਂ ਮੀਰ ਕੋਲ ਗਏ ਤੇ ਸਾਈਂ ਮੀਆਂ ਮੀਰ ਜੀ ਨੂੰ ਸਾਰੀ ਵਿਥਿਆ ਦੱਸੀ। ਉਹਨਾਂ ਨੇ ਆਖਿਆ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਨੂੰ ਰੱਖ ਸਕਦੇ ਨੇ, ਵੀ ਜੇ ਮੈਂ ਆਪਣੇ ਕੋਲ ਰੱਖ ਲਵਾਂਗਾ ਇੱਥੋਂ ਤਾਂ ਬਾਦਸ਼ਾਹ ਦੇ ਲੋਕ ਆ ਕੇ ਇੱਥੋਂ ਇਹਨੂੰ ਲੈ ਜਾਣਗੇ। ਇੱਧਰ ਜਦੋਂ ਘੋੜਾ ਬਿਮਾਰ ਘੋੜਾ ਗੁਰੂ ਸਾਹਿਬ ਨੇ ਕਾਜੀ ਰੁਸਤਮ ਖਾਨ ਕੋਲੋਂ ਲਿਆ ਤੇ ਬਾਬਾ ਬੁੱਢਾ ਜੀ ਨੇ ਬਚਨ ਕਰ ਦਿੱਤਾ। ਜਦੋਂ ਕਾਜੀ ਬੋਲ ਕਬੋਲ ਬੋਲਣ ਲੱਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਵੀ ਮੈਂ ਗੁਰੂ ਘਰ ਦਾ ਜਵਾਈ ਬਣ ਕੇ ਪੈਸੇ ਲੈ ਲਵਾਂਗਾ। ਤੇ ਬਾਬਾ ਜੀ ਕਹਿੰਦੇ ਦੁਸ਼ਟਾ ਤੂੰ ਕੀ ਜਵਾਈ ਬਣੇਗਾ, ਗੁਰੂ ਤੇਰਾ ਜਵਾਈ ਬਣੇਗਾ, ਫਿਰ ਲੈ ਲਵੇਂਗਾ। ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਬਾਬਾ ਜੀ ਇਹ ਕਿਹੋ ਜਿਹਾ ਬਚਨ ਕਰ ਦਿੱਤਾ ਤੁਸੀਂ। ਫਿਰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਬਦਲ ਖਾਨ ਜੋ ਸਾਈਂ ਮੀਆਂ ਮੀਰ ਜੀ ਦਾ ਚੇਲਾ ਸੀ, ਉਹ ਮਾਤਾ ਕੌਲਾਂ ਜੀ ਨੂੰ ਲੈ ਕੇ ਆਇਆ।
ਸਤਿਗੁਰੂ ਇਹਨਾਂ ਦੀ ਰੱਖਿਆ ਕਰੋ। ਤੇ ਫਿਰ ਗੁਰੂ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਮਾਤਾ ਕੌਲਾਂ ਨੂੰ ਲੈ ਕੇ ਆਏ। ਸੋ ਕਹਿਣ ਤੋਂ ਭਾਵ ਹੈ ਵੀ ਮਾਤਾ ਕੌਲਾਂ ਦੇ ਅੰਦਰ ਦੀ ਪ੍ਰੀਤ, ਉਹਨਾਂ ਦੇ ਅੰਦਰ ਦਾ ਵਿਸ਼ਵਾਸ, ਅੰਦਰ ਦਾ ਭਰੋਸਾ ਜਿਹੜਾ ਸੀਗਾ, ਉਹਨਾਂ ਨੂੰ ਬ੍ਰਹਮ ਗਿਆਨ ਦੀ ਅਵਸਥਾ ਤੱਕ ਲੈ ਕੇ ਪਹੁੰਚ ਗਿਆ। ਤੋ ਆਤਮਿਕ ਸਰੂਪ ਦੇ ਦਰਸ਼ਨ ਉਹਨਾਂ ਨੇ ਕੀਤੇ ਹਨ। ਚੌਪਈ ਇੱਕ ਘਟਕਾ ਲਗ ਬਾਕ ਸੁਨਾਏ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਘੜੀ ਮਾਤਾ ਕੌਲਾਂ ਜੀ ਨੂੰ ਉਪਦੇਸ਼ ਦਿੱਤਾ ਹੈ। ਸਤਿਗੁਰ ਗਿਆਨ ਦਿਓ ਪ੍ਰਮ ਜਾਏ। ਸਤਿਗੁਰੂ ਜੀ ਨੇ ਐਸੇ ਗਿਆਨ ਦੀ ਦਾਤ ਬਖਸ਼ਿਸ਼ ਕੀਤੀ। ਗੁਰ ਗਿਆਨ ਦਿਓ ਮਨ ਸਮਝਾ। ਐਸਾ ਗਿਆਨ ਬਖਸ਼ਿਆ ਜਿਹਦੇ ਨਾਲ ਮਨ ਸਮਝ ਗਿਆ, ਅੰਦਰ ਦਾ ਭਰਮ ਮਿਟ ਗਿਆ ਹੈ। ਮੁਦਰਿਤ ਨੈਣ ਸਰੂਪ ਵਿਚਾਰਿਓ। ਮਾਤਾ ਜੀ ਨੇ ਨੇਤਰ ਬੰਦ ਕੀਤੇ ਸਨ, ਆਪਣੇ ਸਰੂਪ ਦੀ ਵਿਚਾਰ ਕੀਤੀ ਹੈ। ਦੁਐ ਘਟਕਾ ਲਗ ਆਨੰਦ ਧਾਰਿਓ। ਦੋ ਘੜੀਆਂ ਤਾਈਂ ਉਹਨਾਂ ਦੀ ਅੰਦਰ ਸਮਾਧੀ ਲੱਗੀ ਰਹੀ ਹੈ। ਪੁੰਨ ਪ੍ਰੀਤਮ ਕੇ ਹੇਰਨ ਲਾਗੀ। ਫਿਰ ਨੇਤਰ ਖੋਲ ਕੇ ਮਾਤਾ ਸਤਿਗੁਰਾਂ ਦੇ ਦਰਸ਼ਨ ਕਰਨ ਲੱਗੀ ਹੈ। ਧੰਨ ਧੰਨ ਗੁਰ ਮੈਂ ਬੜ ਭਾਗੀ। ਬੇਨਤੀ ਕਰਦੇ ਸਤਿਗੁਰੂ ਆਪ ਜੀ ਧੰਨ ਹੋ ਤੇ ਮੈਂ ਵੱਡੇ ਭਾਗਾਂ ਵਾਲੀ ਹਾਂ। ਜਿਸ ਪਦ ਹੇਤ ਜਤੀ ਬ੍ਰਹਮਚਾਰੀ। ਜਿਸ ਪਦਵੀ ਨੂੰ ਪ੍ਰਾਪਤ ਕਰਨ ਵਾਸਤੇ ਜਤੀ ਬ੍ਰਹਮਚਾਰੀ ਘੋਰ ਤਪੱਸਿਆ ਕਰਦੇ ਹਨ। ਜੋਗੀ ਆਦ ਕਸ਼ਟ ਬਹੁਤਾਰੀ। ਜੋਗੀ ਆਦਿਕ ਬੜੇ ਕਸ਼ਟਾਂ ਦੀ ਪ੍ਰਾਪਤੀ ਕਰਦੇ ਹਨ। ਸੋ ਮੋਕੋ ਛਿਨ ਮਹਿ ਦਰਸਾਇਓ। ਉਹ ਜਿਹੜਾ ਪਰਮ ਪਦ ਆਪ ਜੀ ਨੇ ਇੱਕ ਛਿਨ ਦੇ ਵਿੱਚ ਮੈਨੂੰ ਬਖਸ਼ਿਸ਼ ਕਰ ਦਿੱਤਾ ਹੈ, ਜਿਸ ਸਰੂਪ ਨੂੰ ਜੋਗੀ ਜਤੀ ਬ੍ਰਹਮਚਾਰੀ ਵੀ ਜਾਣ ਨਹੀਂ ਸਕਦੇ, ਤੁਹਾਡੀ ਕਿਰਪਾ ਦੇ ਨਾਲ ਇੱਕ ਛਿਨ ਦੇ ਵਿੱਚ ਉਹਦੇ ਮੈਂ ਦਰਸ਼ਨ ਕਰ ਲਏ ਹਨ। ਹਉਮੈ ਦੀਰਘ ਰੋਗ ਮਿਟਾਇਓ। ਆਪ ਜੀ ਨੇ ਦਇਆ ਕਰਕੇ ਹਉਮੈ ਦਾ ਦੀਰਘ ਰੋਗ ਮਿਟਾ ਦਿੱਤਾ ਹੈ। ਧੰਨ ਧੰਨ ਸਤਿਗੁਰ ਗਤ ਨਿਆਰੀ। ਸਤਿਗੁਰੂ ਆਪ ਜੀ ਧੰਨ ਹੋ ਆਪ ਜੀ ਦੀ ਗਤ ਬੜੀ ਨਿਆਰੀ ਹੈ। ਨਮੋ ਨਮੋ ਭਵ ਪੰਜਨ ਹਾਰੀ। ਸੰਸਾਰ ਵਿੱਚ ਜਨਮ ਤੇ ਮਰਨ ਦੇ ਦੁੱਖ ਨੂੰ ਭੰਜਣ ਵਾਲੇ, ਨਸ਼ਟ ਕਰਨ ਵਾਲੇ ਸਤਿਗੁਰੂ ਆਪ ਜੀ ਨੂੰ ਮੇਰੀ ਨਮਸਕਾਰ ਹੈ। ਗੂੜ ਗੁਪਤ ਤਤਕਾਲ ਜਨਾਇਓ। ਸਤਿਗੁਰੂ ਜਿਹੜੀ ਆਤਮਾ ਬੜੀ ਗੂੜ ਹੈ, ਗੁੱਝੀ ਹੈ, ਜੋ ਗੁਪਤ ਅੰਦਰ ਦਾ ਬ੍ਰਹਮ ਦਾ ਗਿਆਨ ਹੈ, ਆਪ ਜੀ ਨੇ ਤਤਕਾਲ ਉਹ ਪ੍ਰਤੱਖ ਕਰ ਦਿੱਤਾ ਹੈ। ਕੋਟ ਜਨਮ ਕੋ ਕਸ਼ਟ ਮਿਟਾਇਓ। ਕਰੋੜਾਂ ਜਨਮਾਂ ਦੇ ਮੇਰੇ ਕਸ਼ਟ ਆਪ ਨੇ ਮਿਟਾ ਦਿੱਤੇ ਹਨ। ਹੇ ਸਤਿਗੁਰ ਮੈਂ ਭਈ ਸਨਾਥਾ। ਸਤਿਗੁਰੂ ਆਪ ਜੀ ਦੀ ਰਹਿਮਤ ਸਦਕਾ ਮੈਂ ਨਿਹਾਲ ਹੋ ਗਈ ਹਾਂ। ਇਮ ਕਹਿ ਧਰਿਓ ਚਰਨ ਪਰ ਮਾਥਾ। ਇਹਨੇ ਬਚਨ ਕਹਿ ਕੇ ਮਾਤਾ ਕੌਲਾਂ ਜੀ ਨੇ ਸਾਹਿਬਾਂ ਦੇ ਚਰਨਾਂ ਤੇ ਮੱਥਾ ਰੱਖਿਆ ਹੈ। ਸ੍ਰੀ ਹਰਗੋਬਿੰਦ ਪੁਨਹੁ ਬਖਾਨਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮਾਤਾ ਕੌਲਾਂ ਨੂੰ ਫਰਮਾਨ ਕਰਦੇ ਹਨ। ਤਵ ਤਨ ਅੰਤ ਸਮਾਂ ਨਿਰਾਨਾ। ਕੌਲਾਂ ਜੀ ਤੁਹਾਡੇ ਸਰੀਰ ਦਾ ਅੰਤਲਾ ਸਮਾਂ ਨੇੜੇ ਆ ਚੁੱਕਾ ਹੈ। ਉਹ ਕੁਸ਼ਾਸਨ ਪਰ ਥਿਰ ਅਬੈ। ਹੁਣ ਆਪਣੇ ਆਸਣ ਦੇ ਉੱਪਰ ਤੁਸੀਂ ਲੰਮਾ ਪੈ ਜਾਵੋ। ਮਨ ਹੈ ਟਿਕਾਓ ਛੋਰ ਦਿਸ਼ ਸਬੈ। ਸਾਰੇ ਪਾਸਿਆਂ ਤੋਂ ਮਨ ਨੂੰ ਹਟਾ ਕੇ ਆਪਣੇ ਨਿੱਜੀ ਰੂਪ ਵਿੱਚ ਮਨ ਨੂੰ ਜੋੜ ਲਵੋ। ਤਤ ਛਿਨ ਦਾਸੀ ਕੁਸ਼ਾ ਡਸਾਈ। ਉਸੇ ਵਕਤ ਮਹਾਰਾਜ ਜੀ ਦੀ ਆਗਿਆ ਪ੍ਰਾਪਤ ਕਰਕੇ ਨਾਲ ਦਾਸੀ ਨੇ ਆਸਣ ਵਿਛਾ ਦਿੱਤਾ ਹੈ। ਬਿਕਲਾਵਤ ਉਠਾਏ ਕਰ ਪਾਈ। ਤੇ ਮਾਤਾ ਜੀ ਬੜੇ ਬਿਮਾਰ ਸਨ, ਸਰੀਰ ਵਿੱਚ ਰੋਗ ਵੀ ਸੀਗਾ ਤੇ ਸਰੀਰ ਬੜਾ ਕਮਜ਼ੋਰ ਦੁਰਲਭ ਹੋ ਗਿਆ ਸੀ ਮਾਤਾ ਕੌਲਾਂ ਜੀ ਦਾ। ਤੇ ਦਾਸੀ ਨੇ ਬੜੀ ਮੁਸ਼ਕਲ ਨਾਲ ਚੁੱਕ ਕੇ ਮਾਤਾ ਕੌਲਾਂ ਜੀ ਨੂੰ ਆਸਣ ਤੇ ਪਾਇਆ ਹੈ। ਆਂਖ ਉਘਾਰਤ ਹਰਤ ਗੁਰੂ ਕੋ। ਇਸ ਤਰ੍ਹਾਂ ਆਪਣੀਆਂ ਅੱਖਾਂ ਉਘਾੜ ਕੇ, ਅੱਖਾਂ ਖੋਲ ਕੇ ਮਾਤਾ ਜੀ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ। ਬਸਨ ਹਾਰ ਜੋ ਨਿਸ ਦਿਨ ਔਰ ਕੋ। ਜਿਹੜੇ ਸਤਿਗੁਰੂ ਦਿਨ ਰਾਤ ਉਹਨਾਂ ਦੇ ਹਿਰਦੇ ਵਿੱਚ ਨਿਵਾਸ ਕਰਦੇ ਹਨ। ਬੋਲਨ ਸ਼ਕਤ ਰਹੀ ਪੁਨ ਨਾਹੀ। ਇਸ ਤਰ੍ਹਾਂ ਮਾਤਾ ਜੀ ਦੀ ਬੋਲਣ ਦੀ ਸ਼ਕਤੀ ਵੀ ਨਹੀਂ ਰਹੀ ਹੈ। ਚਖਨ ਪਲਕ ਗੁਰ ਦਰਸ਼ਨ ਮਾਹੀ। ਇਹ ਜਿਹੜੇ ਨੇਤਰ ਸਾਨੂੰ ਬਿਨਾਂ ਝਮਕੇ ਇੱਕ ਟੱਕ ਅੱਖਾਂ ਲਾ ਕੇ ਮਹਾਰਾਜ ਦੇ ਦੀਦਾਰ ਕਰਦੇ ਹਨ। ਹੇਰਤ ਹੇਰਤ ਨਿਕਸੇ ਪ੍ਰਾਨਾ। ਮਹਾਰਾਜ ਦੇ ਦਰਸ਼ਨ ਕਰਦਿਆਂ ਵੇਖਦਿਆਂ ਮਾਤਾ ਕੌਲਾਂ ਜੀ ਦੇ ਸਰੀਰ ਵਿੱਚੋਂ ਪ੍ਰਾਣ ਪੰਖੇਰੂ ਲਾ ਕੇ ਉੱਡ ਗਏ ਹਨ। ਭਈ ਤਨ ਪਦ ਪਾਏ ਮਹਾਨਾ। ਧੰਨ ਮਾਤਾ ਕੌਲਾਂ ਜੀ ਜੋ ਧੰਤਾ ਦੇ ਯੋਗ ਹਨ, ਧੰਤਾ ਦੇ ਯੋਗ ਹੋ ਗਏ, ਜਿਨ੍ਹਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚੋਂ ਪਰਮ ਪਦਵੀ ਦੀ ਪ੍ਰਾਪਤੀ ਕੀਤੀ ਹੈ। ਭਈ ਧਨ ਪਦ ਪਾਏ ਮਹਾਨਾ। ਇਸ ਤਰ੍ਹਾਂ ਮਹਾਨ ਪਦਵੀ ਦੀ ਪ੍ਰਾਪਤੀ ਕੀਤੀ ਹੈ। ਮਿਰਤਕ ਭਈ ਗੁਰਦਾਸ ਹਕਾਰੇ। ਜਦੋਂ ਮਾਤਾ ਜੀ ਦਾ ਸਰੀਰ ਉਹ ਅੰਤਮ ਪੜਾਅ ਤੇ ਜਾ ਪਹੁੰਚਿਆ,
ਆਤਮਾ ਪ੍ਰਮਾਤਮਾ ਵਿੱਚ ਜਾ ਕੇ ਵਿਲੀਨ ਹੋ ਗਈ। ਸਰੀਰ ਕੇਵਲ ਮਿੱਟੀ ਦੀ ਢੇਰੀ ਰਹਿ ਗਿਆ। ਸਤਿਗੁਰਾਂ ਨੇ ਤੱਕਿਆ ਤੇ ਸੇਵਕਾਂ ਨੂੰ ਆਗਿਆ ਦਿੱਤੀ ਹੈ, ਤਿਸ ਕੀ ਦਾਸੀ ਸਾਥ ਉਚਾਰੇ। ਜਿਹੜੀ ਮਾਤਾ ਕੌਲਾਂ ਜੀ ਦੀ ਦਾਸੀ ਸੀ ਉਹਨੂੰ ਮਹਾਰਾਜ ਨੇ ਆਗਿਆ ਦਿੱਤੀ ਹੈ। ਮ੍ਰਿਤਕ ਕਿਰਿਆ ਕੀਜੈ ਅਬ ਸਾਰੀ। ਸਤਿਗੁਰੂ ਕਹਿੰਦੇ ਇਹਨਾਂ ਦੀ ਹੁਣ ਮ੍ਰਿਤਕ ਕਿਰਿਆ ਸਾਰੀ ਕਰਨਾ ਕਰੋ। ਲੈ ਗਮਨ ਹੋ ਸ਼ੁਭ ਬਾਗ ਮਝਾਰੀ। ਕਰਤਾਰਪੁਰ ਸਾਹਿਬ ਨਾਲ ਉੱਥੇ ਬਾਗ ਸੀ। ਸਤਿਗੁਰੂ ਕਹਿੰਦੇ ਇਹਨਾਂ ਦਾ ਪੰਜ ਭੂਤਕ ਸਰੀਰ ਬਾਗ ਵਿੱਚ ਲੈ ਜਾਵੋ। ਕਹੇ ਗੁਰੂ ਕੇ ਮਿਲਨਰ ਨਾਰ। ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਜਿੰਨੀਆਂ ਵੀ ਗੁਰਸਿੱਖ ਸੰਗਤਾਂ ਸਨ ਸਭ ਨੇ ਮਿਲ ਕੇ ਕਰੀ ਨੁਹਾਵਨ ਨਿਰਮਲ ਬਾਰ। ਮਾਤਾ ਜੀ ਨੂੰ ਬਾਗ ਵਿੱਚ ਲਿਜਾਇਆ ਤੇ ਇਸ ਤਰ੍ਹਾਂ ਜਾ ਕੇ ਉਹਨਾਂ ਦੀ ਅੰਤਮ ਕਿਰਿਆ ਕੀਤੀ, ਇਸ਼ਨਾਨ ਪਾਨ ਕਰਾਇਆ ਹੈ। ਬਹੁਤ ਮਲ ਕੋ ਪਾਏ ਦੁਸ਼ਾਲਾ। ਬੜਾ ਕੀਮਤੀ ਦੁਸ਼ਾਲਾ ਲਿਆ ਕੇ ਪੰਜ ਭੂਤਕ ਸਰੀਰ ਉੱਪਰ ਪਾਇਆ ਹੈ। ਗਾਇਰ ਬਾਬੀ ਸ਼ਬਦ ਵਿਸ਼ਾਲਾ। ਬਾਬਕ ਰਬਾਬੀ ਨੇ ਆ ਕੇ ਗੁਰਬਾਣੀ ਦਾ ਰਸ ਪੀਨਾ ਕੀਰਤਨ ਕੀਤਾ ਹੈ। ਲੈ ਕਰ ਗਮਨੇ ਉਪਬਨ ਮਾਹੀ। ਇਸ ਇਸ ਤਰ੍ਹਾਂ ਬਾਗ ਦੇ ਵਿੱਚ ਲਿਜਾ ਕੇ ਉਹਨਾਂ ਦੀ ਅੰਤਮ ਕਿਰਿਆ ਨਿਭਾ ਕਰਕੇ ਇਸ ਤਰ੍ਹਾਂ ਮਾਤਾ ਕੌਲਾਂ ਜੀ ਦਾ ਜਿਹੜਾ ਸਰੀਰ ਸੀ ਉਹਦਾ ਦਾਹ ਸੰਸਕਾਰ ਕੀਤਾ। ਕਿਉਂਕਿ ਜਿਹੜੇ ਬੋਲ ਕਵੀ ਜੀ ਨੇ ਲਿਖੇ ਨੇ ਉਹ ਕਿਰਿਆ ਦੇ ਬੋਲ ਲਿਖੇ ਨੇ। ਭਾਵ ਇਹ ਹੈ ਵੀ ਉਹਨਾਂ ਦੇ ਸਰੀਰ ਦਾ ਦਾਹ ਸੰਸਕਾਰ ਕੀਤਾ ਗਿਆ। ਇਸ ਤਰ੍ਹਾਂ ਬਾਗ ਦੇ ਵਿੱਚ ਲਿਜਾ ਕਰਕੇ ਕਵੀ ਜੀ ਕਹਿੰਦੇ ਉਹਨਾਂ ਦੇ ਸਰੀਰ ਦੀ ਅੰਤਮ ਕਿਰਿਆ ਨਿਭਾਈ ਹੈ। ਇਮ ਕੋਲਾ ਗਥ ਸਗਰੀ ਪ੍ਰਾਹੀ। ਇਸ ਤਰ੍ਹਾਂ ਕਹਿੰਦੇ ਜਿਹੜੇ ਕੌਲਾਂ ਜੀ ਸਨ ਉਹਨਾਂ ਨੇ ਸ਼ੁਭ ਗਤੀ ਦੀ ਪ੍ਰਾਪਤੀ ਕਰ ਲਈ ਤੇ ਕਵੀ ਜੀ ਕਹਿੰਦੇ ਉਹ ਸਾਰੀ ਕਥਾ ਮੈਂ ਇੱਥੇ ਕਥਨ ਕਰ ਦਿੱਤੀ ਹੈ। ਸਤਿਗੁਰ ਬੈਠੇ ਲਾਏ ਦੀਵਾਨ। ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣਾ ਦੀਵਾਨ ਸਜਾ ਕੇ ਬਹਿ ਗਏ। ਆਵਤ ਭਏ ਲੋਕ ਸਭ ਜਾਨ। ਇਸ ਤਰ੍ਹਾਂ ਜਦੋਂ ਚਾਰ ਚਫੇਰੇ ਖਬਰ ਹੋਈ ਮਾਤਾ ਕੌਲਾਂ ਜੀ ਨੇ ਸਰੀਰ ਤਿਆਗ ਦਿੱਤਾ, ਇਸ ਕਰਕੇ ਸਾਰੀਆਂ ਸੰਗਤਾਂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਣ ਲੱਗੀਆਂ। ਸ਼ੋਕ ਠਾਨ ਬੈਠੇ ਗੁਰ ਤੀਰ। ਮਨ ਵਿੱਚ ਸ਼ੋਕ ਧਾਰਨ ਕਰਕੇ ਗੁਰੂ ਸਾਹਿਬ ਦੇ ਕੋਲ ਆ ਕੇ ਬਹਿੰਦੇ ਹਨ। ਆਇਓ ਪੈਂਦ ਖਾਨ ਬਰਬੀਰ। ਇਹਨੇ ਨੂੰ ਪੈਂਦਾ ਖਾਂ ਵੀ ਮਹਾਰਾਜ ਦੇ ਚਰਨਾਂ ਵਿੱਚ ਪਹੁੰਚਿਆ। ਹਾਏ ਮਾਤ ਕਹਿ ਊਚ ਪੁਕਾਰਾ। ਉੱਚੀ ਉੱਚੀ ਪੁਕਾਰ ਕਰਨ ਲੱਗਾ। ਮਾਤਾ ਕਹਿ ਕੇ ਮਾਤਾ ਕੌਲਾਂ ਨੂੰ ਪੁਕਾਰ ਕੇ ਆਵਾਜ਼ਾਂ ਮਾਰਨ ਲੱਗਾ। ਕਿਉਂਕਿ ਮਾਤਾ ਕੌਲਾਂ ਜੀ ਉਹ ਵੀ ਇਸਲਾਮ ਦੇ ਵਿੱਚੋਂ ਸਨ, ਪੈਂਦਾ ਵੀ ਇਸਲਾਮ ਵਿੱਚੋਂ ਸੀਗਾ। ਮਾਤਾ ਕੌਲਾਂ ਨੂੰ ਆਪਣੀ ਮਾਂ ਕਰਕੇ ਜਾਣਦਾ ਸੀ, ਕਿਉਂਕਿ ਪੈਂਦਾ ਜਿਹੜਾ ਸੀ ਇਹਦੇ ਮਾਤਾ ਪਿਤਾ ਬਚਪਨ ਵਿੱਚ ਹੀ ਚੜ੍ਹਾਈ ਕਰ ਗਏ ਸਨ ਤੇ 16 ਕੁ ਸਾਲ ਦਾ ਸੀ ਜਦੋਂ ਕਰਤਾਰਪੁਰ ਸਾਹਿਬ ਹੀ ਗੁਰੂ ਸਾਹਿਬ ਜੀ ਨੇ ਇਹਨੂੰ ਫੌਜ ਵਿੱਚ ਰੱਖ ਲਿਆ ਸੀ, ਆਪਣੇ ਹੱਥੀਂ ਇਹਨੂੰ ਪਾਲਿਆ। ਇਸ ਕਰਕੇ ਉਹ ਮਾਤਾ ਕੌਲਾਂ ਜੀ ਨੂੰ ਮਾਂ ਕਰਕੇ ਜਾਣਦਾ ਸੀ। ਉਹਨੂੰ ਜਦੋਂ ਪਤਾ ਲੱਗਿਆ ਵੀ ਮਾਤਾ ਜੀ ਚੜ੍ਹਾਈ ਕਰ ਗਏ, ਉਹ ਵੀ ਆ ਕੇ ਉੱਚੀ ਉੱਚੀ ਪੁਕਾਰਾਂ ਕਰਨ ਲੱਗਾ ਹੈ। ਦੇ ਧੀਰਜ ਸਤਿਗੁਰ ਨਿਰਵਾਰਾ। ਗੁਰੂ ਸਾਹਿਬ ਜੀ ਨੇ ਧੀਰਜ ਦੇ ਕੇ ਪੈਂਦੇ ਨੂੰ ਰੌਣ ਤੋਂ ਰੋਕਿਆ ਹੈ। ਸਭ ਹੀ ਸੁਭਟ ਸਿੱਖ ਨਰਪੁਰ ਕੇ। ਜਿਤਨੇ ਵੀ ਸੂਰਮੇ ਸਨ ਅਰ ਨਗਰ ਦੀਆਂ ਜਿੰਨੀਆਂ ਵੀ ਸੰਗਤਾਂ ਹਨ, ਗਮਨੇ ਬੈਠ ਟਿਕ ਗੁਰ ਕੇ। ਸਾਰੇ ਜਾਣੇ ਸਤਿਗੁਰਾਂ ਦੇ ਕੋਲ ਬਹਿ ਕੇ ਤੇ ਵਾਪਸ ਘਰਾਂ ਨੂੰ ਚੱਲ ਪਏ। ਸੰਧਿਆ ਭਈ ਗਏ ਗੁਰ ਡੇਰੇ। ਸੰਧਿਆ ਦਾ ਸਮਾਂ ਹੋਇਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਦੀਵਾਨ ਦੀ ਸਮਾਪਤੀ ਕਰਕੇ ਡੇਰੇ ਨੂੰ ਚੱਲ ਪਏ। ਨਿਜ ਨਿਜ ਥਾਨ ਸਕਲ ਚਲ ਹੇਰੇ। ਆਪਣੀਆਂ ਆਪਣੀਆਂ ਥਾਵਾਂ ਤੇ ਜਾ ਕੇ ਸਭ ਨੇ ਆਪਣਾ ਘਰ-ਬਾਰ ਵੇਖਣਾ ਕੀਤਾ ਹੈ। ਇਸ ਪ੍ਰਕਾਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਰਪਾ ਕਰਕੇ ਮਾਤਾ ਕੌਲਾਂ ਜੀ ਉਹਨਾਂ ਦਾ ਉਧਾਰ ਕੀਤਾ ਹੈ। ਸੋ ਸਾਧ ਸੰਗਤ ਜੀ, ਜਿਹੜਾ ਪੈਂਦਾ ਖਾਂ ਹੈ ਇਹਦਾ ਵਿਆਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਕੀਤਾ। ਇਹਨੂੰ ਘਰ-ਬਾਰ ਜਿਹੜਾ ਸੀ ਉਹ ਬਣਾ ਕੇ ਦਿੱਤਾ। ਪਰ ਪੈਂਦੇ ਦੇ ਮਨ ਵਿੱਚ ਹੌਲੀ ਹੌਲੀ ਅਭਿਮਾਨ ਹੰਕਾਰ ਵਧਣ ਲੱਗ ਪਿਆ ਵੀ ਜੇ ਮੈਂ ਨਾ ਹੁੰਦਾ ਤੇ ਅੰਮ੍ਰਿਤਸਰ ਸਾਹਿਬ ਦਾ ਜੰਗ ਜਿੱਤ ਨਹੀਂ ਸੀ ਹੋਣਾ। ਇਹ ਜੰਗ ਮੇਰੇ ਕਰਕੇ ਹੀ ਮਹਾਰਾਜ ਨੇ ਜਿੱਤਿਆ। ਤੇ ਸਤਿਗੁਰੂ ਵੀ ਸਮਝ ਗਏ ਵੀ ਹੁਣ ਇਹਦੇ ਅੰਦਰ ਹੰਕਾਰ ਜਿਹੜਾ ਪੈਦਾ ਹੋ ਗਿਆ ਨਾ, ਇਹਦੇ ਨਾਸ਼ ਦਾ ਕਾਰਨ ਹੀ ਬਣ ਗਿਆ। ਕਿਉਂਕਿ ਹੰਕਾਰ ਬੰਦੇ ਦੇ ਨਾਸ਼ ਦਾ ਕਾਰਨ ਹੁੰਦਾ। ਤੇ ਗੁਰੂ ਸਾਹਿਬ ਜੀ ਜਾਣਦੇ ਸਨ ਵੀ ਹੁਣ ਬਹੁਤਾ ਸਮਾਂ ਨਹੀਂ ਇਹਦੇ ਨਾਸ਼ ਦੇ ਵਿੱਚ, ਵੀ ਇਹਦੇ ਅੰਦਰ ਜਿਹੜੀ ਹੈ ਮਦ ਹੰਕਾਰ ਪੈਦਾ ਹੋ ਗਿਆ, ਇਹਨੇ ਇਹਦਾ ਸਰਵਨਾਸ਼ ਕਰ ਦੇਣਾ। ਇਹ ਕਥਾ ਅਗਲਿਆਂ ਪ੍ਰਕਰਨਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰ ਇਤਿਹਾਸ ਕਥਨ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ।
हे गोविंद हे गोपाल हे दयाल लाल प्राणनाथ अनाथ सखे दीन दर्द निवार हे समरथ अगम पूरन मोहे मया धार अंधकूप महा भयान नानक पार्यो तार आए प्रभ शरणागति कृपा निध दयाल एक अखर हर मन बस्त नानक होत निहाल वाहिगुरु नाम जहाज है चढ़े सो उतरे पार जो शरदा कर सेवंदे गुर पार उतारण हार कथा निता प्रत होत है सुनहो सिंह सुजान नानक गुरु गोबिंद सिंह जी सदा कर है कल्याण नानक गुरु गोबिंद सिंह जी सदा कर है कल्याण वाहिगुरु जी का खालसा वाहिगुरु जी की फतेह। ਤਨਾਸਰੀ ਮਹੱਲਾ ਪਹਿਲਾ ਆਰਤੀ ਨਾਮ ਹੈ ਹਰ ਭੋਗ ਤੋ